ਵਾਹਿਗੁਰੂ ਸਾਹਿਬ ਜੀਓ। ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਤਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਉ ਬਲਿਹਾਰੀ ਸਤਿਗੁਰ ਚਰਣਾ। ਨਾਰਾਇਣ ਨਰਪਤ ਨਮਸਕਾਰੈ, ਐਸੇ ਗੁਰ ਕੋ ਬਲ ਬਲ ਜਾਈਐ। ਆਪ ਮੁਕਤ ਮੋਹਿ ਤਾਰੈ। ਕਵਨ 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 ਗੁਣ ਕਹੀਐ, ਅੰਤ ਨਹੀਂ ਕਿਛ ਪਾਰੈ। ਲਾਖ 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 ਕਈ ਕੋਰੈ, ਕੋ ਹੈ ਐਸੋ ਵਿਚਾਰੈ। ਬਿਸਮ 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 ਹੀ ਪਈ ਹੈ, ਲਾਲ ਗੁਲਾਲ ਰੰਗਾਰੈ। ਕਹੋ ਨਾਨਕ ਸੰਤਨ ਰਸ ਆਈ ਹੈ, ਜਿਉ ਚਾਖ ਗੂੰਗਾ ਮੁਸਕਾਰੈ। ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰਕ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਸਭ ਲੋਕ ਸੁਣਿਓ ਪਰਲੋਕ ਸੁਣਿਓ, ਵਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰੂ ਨਾਨਕ ਸਾਹਿਬ, ਤਾਰਕ ਮੂਰਤ ਹੈ ਜਗ ਆਇਓ। ਸਿੱਖ ਮਤ ਸਭ ਬੁੱਧ ਤੁਮਾਰੀ, ਮੰਦਰ ਸ਼ਾਮ ਤੇਰੇ। ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ। ਗੁਣ ਗਾਵਾਂ ਗੁਣ ਗਾਵਾਂ, ਗੁਣ ਗਾਵਾਂ ਨਿਤ
तेरे, तुझ बिन अवर न जाना मेरे साहिबा, गुण गावा नित तेरे। गुरु प्यारी साध संगत जीओ, आओ सब माई भाई ਸਮਰੱਥ ਸਤਿਗੁਰੂ ਖੰਡਾਂ ਬ੍ਰਹਮੰਡਾਂ ਦੇ ਮਾਲਕ ਗੁਰੂ ਗਰੀਬ ਨਵਾਜ਼ ਦਇਆਲ ਬਖਸ਼ੰਦ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸ਼ੀਸ਼ ਝੁਕਾਈਏ, ਹੱਥ ਜੋੜ ਕੇ ਫਤਿਹ ਦਾ ਸਿਮਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਹੋਈ ਹੈ। ਗੁਰੂ ਪਿਆਰੀਆਂ ਸੰਗਤਾਂ ਅੰਮ੍ਰਿਤ ਵੇਲਾ ਸੰਭਾਲ ਰਹੀਆਂ ਨੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ਾਂ ਕਰ ਰਹੇ ਹਨ। ਇਹ ਸਥਾਨ ਰਤਵਾੜਾ ਸਾਹਿਬ ਇੱਕ ਗੁਰਮਤਿ ਪ੍ਰਚਾਰ ਦਾ ਕੇਂਦਰ ਪਿਆਰੇ ਮਹਾਂਪੁਰਸ਼ਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਓਟ ਆਸਰਾ ਲੈ ਕੇ ਇਸੇ ਕਰਕੇ ਬਣਾਇਆ ਗਿਆ ਕਿ ਗੁਰੂ ਪਿਆਰੀਆਂ ਸੰਗਤਾਂ ਉਸ ਮਾਲਕ ਦੀ ਸਿਫਤ ਸਲਾਹ ਵਿੱਚ ਜੁੜ ਸਕਣ, ਸ਼ਬਦ ਗੁਰੂ ਦੇ ਲੜ ਲੱਗ ਕੇ ਸੇਵਾ ਸਿਮਰਨ ਕਰਕੇ ਆਪਣਾ ਜੀਵਨ ਸਫਲ ਕਰ ਸਕਣ। ਇਸ ਵਾਰ 5 ਦਿਨ ਦੇ ਸਮਾਗਮ ਰੱਖੇ ਗਏ। ਪਹਿਲੇ ਦਿਨ ਪ੍ਰਣਾਮ ਸ਼ਹੀਦਾਂ ਨੂੰ, ਸਮੂਹ ਸ਼ਹੀਦਾਂ ਦੀ ਯਾਦ। 31 ਅਕਤੂਬਰ ਨੂੰ 5 ਪਿਆਰੇ ਜਿਨ੍ਹਾਂ ਦੇ ਬਾਰੇ ਮੇਰੇ 10ਵੇਂ ਪਾਤਸ਼ਾਹ ਮਹਾਰਾਜ ਜੀ ਨੇ ਇਹ ਬਚਨ ਕੀਤਾ, ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੇਹੁ ਕਰੋ ਨਿਵਾਸ। ਉਹਨਾਂ 5 ਪਿਆਰਿਆਂ ਦੀ ਕੁਰਬਾਨੀ ਨੂੰ, ਤਿਆਗ ਨੂੰ, ਜੀਵਨ ਨੂੰ ਨਮਸਕਾਰ ਕਰਦਿਆਂ ਹੋਇਆਂ ਮਿੱਠੀ ਨਿੱਘੀ ਯਾਦ ਉਹਨਾਂ ਦੀ ਮਨਾਈ ਗਈ। ਉਸ ਦੇ ਨਾਲ ਹੀ ਪਿਆਰੇ ਮਹਾਂਪੁਰਸ਼ ਰਤਵਾੜਾ ਸਾਹਿਬ ਵਾਲਿਆਂ ਦੀ ਮਿੱਠੀ ਨਿੱਘੀ ਯਾਦ ਮਨਾਈ ਗਈ। 1 ਨਵੰਬਰ ਨੂੰ ਜੋ ਗੁਰੂ ਘਰ ਵਿੱਚ ਮਾਤਾਵਾਂ ਦੀ ਬਹੁਤ ਵੱਡੀ ਕੁਰਬਾਨੀ ਹੈ, ਬਹੁਤ ਵੱਡੀ ਸੇਵਾ ਹੈ, ਇਹ ਵੀ ਇਤਿਹਾਸ ਪੜ੍ਹਦੇ ਅਤੇ ਸੁਣਦੇ ਹਾਂ। ਪਰ ਜੇਕਰ ਲਾਹੌਰ ਤੋਂ ਆਈ ਪੰਚਾਇਤ ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਬਦਾਵਾ ਲਿਖ ਦਿੱਤਾ ਹੈ, ਤਾਂ ਮਾਤਾ ਭਾਗ ਕੌਰ ਵਰਗੀਆਂ ਨੇ ਭਾਈ ਮਹਾਂ ਸਿੰਘ ਵਰਗਿਆਂ ਨੂੰ ਨਾਲ ਲਿਆ, ਆਪਣੇ ਪਤੀ ਨੂੰ ਨਾਲ ਲਿਆ, ਜੇਠ ਨੂੰ ਨਾਲ ਲਿਆ, ਆਪਣੇ ਭਰਾਵਾਂ ਨੂੰ ਨਾਲ ਲਿਆ ਔਰ ਇੱਕ ਐਸੀ ਖਿਦਰਾਣੇ ਦੀ ਢਾਬ 'ਤੇ ਜੰਗ ਹੋਈ ਜਿਸ ਦੇ ਵਿੱਚ ਸਾਰੇ ਸ਼ਹੀਦ ਹੋਏ। ਅਤੇ ਉਹ ਜਿਹੜਾ ਬਦਾਵਾ ਸੀ, ਭਾਈ ਮਹਾਂ ਸਿੰਘ ਨੇ ਬੇਨਤੀ ਕਰਕੇ ਕਿ ਜੋ ਇੱਕ ਦਾਗ ਲੱਗਾ ਹੈ, ਭੁੱਲ ਹੋਈ ਹੈ, ਆਪ ਸਮਰੱਥ ਹੋ, ਕਿਰਪਾ ਕਰੋ। ਉਹ ਬਦਾਵਾ ਪੜਵਾਇਆ
ਇਹਦੇ ਵਿੱਚ ਮਾਤਾ ਭਾਗ ਕੌਰ ਜੀ ਦਾ ਕਿੰਨਾ ਯੋਗਦਾਨ ਹੈ, ਕਿੰਨੀ ਵੱਡੀ ਕੁਰਬਾਨੀ ਹੈ, ਜਿਨ੍ਹਾਂ ਨੇ ਆਪਣਾ ਜੀਵਨ ਗੁਰੂ ਲੇਖੇ ਲਾਇਆ ਹੈ। ਐਸੀਆਂ ਮਾਤਾਵਾਂ ਗੁਰੂ ਘਰ ਵਿੱਚ ਹੋਈਆਂ। ਦਾਸ ਨੇ, ਹੋਰ ਮਹਾਂਪੁਰਸ਼ਾਂ ਨੇ, ਪ੍ਰਚਾਰਕਾਂ ਨੇ ਪਿਛਲੇ ਦਿਨਾਂ ਦੇ ਵਿੱਚ ਸਾਨੂੰ ਦੱਸਿਆ। ਕਿਤੇ ਮਾਤਾ ਭਾਨੀ ਜੀ ਔਰ ਬੀਬੀ ਸ਼ਰਨ ਕੌਰ ਜੀ, ਬੀਬੀ ਹਰਸ਼ਰਨ ਕੌਰ ਜੀ, ਹੋਰ ਅਨੇਕ ਮਾਤਾਵਾਂ ਬੀਬੀਆਂ ਜਿਨ੍ਹਾਂ ਨੇ ਮੀਰ ਮਨਨ ਦੀ ਜੇਲ੍ਹ ਵਿੱਚ ਆਪਣੇ ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ ਵਿੱਚ ਹਾਰ ਪਵਾਏ। ਉਹਨਾਂ ਸਾਰੀਆਂ ਮਾਤਾਵਾਂ ਬੀਬੀਆਂ ਦੀ ਕੁਰਬਾਨੀ, ਤਿਆਗ, ਉਹਨੂੰ ਯਾਦ ਕੀਤਾ ਜਾਂਦਾ ਹੈ। ਹਰ 1 ਨਵੰਬਰ ਨੂੰ ਉਹਨਾਂ ਦੀ ਕੁਰਬਾਨੀ ਨੂੰ ਨਮਸਕਾਰ ਕੀਤੀ ਜਾਂਦੀ ਹੈ, ਤਾਂ ਕਿ ਅਸੀਂ ਇਹ ਇਤਿਹਾਸ ਭੁੱਲੀਏ ਨਾ ਕਿ ਉਹਨਾਂ ਮਾਤਾਵਾਂ ਬੀਬੀਆਂ ਦੀ ਕਿੰਨੀ ਵੱਡੀ ਦੇਣ ਹੈ। ਇਹ 1 ਨਵੰਬਰ ਨੂੰ ਇਸ ਸਥਾਨ 'ਤੇ ਵੈਸੇ ਤਾਂ ਸਮੇਂ-ਸਮੇਂ ਆਮ ਹੀ ਦੀਵਾਨਾਂ ਵਿੱਚ ਜ਼ਿਕਰ ਹੁੰਦਾ ਹੈ, ਪਰ ਖਾਸ ਕਰਕੇ 1 ਨਵੰਬਰ ਨੂੰ ਇਹ ਦਿਹਾੜਾ ਮਨਾਇਆ ਜਾਂਦਾ ਹੈ। 1 ਨਵੰਬਰ ਰਾਤ ਨੂੰ ਮਹਾਂਪੁਰਸ਼ਾਂ ਦੇ ਜੀਵਨ ਸਾਥੀ ਸਤਿਕਾਰਯੋਗ ਬੀਜੀ ਜੀ, ਉਹਨਾਂ ਦੀ ਮਿੱਠੀ ਨਿੱਘੀ ਯਾਦ ਮਨਾਈ ਜਾਂਦੀ ਹੈ। 2 ਨਵੰਬਰ ਨੂੰ ਹਰ ਸਾਲ ਵਾਂਗੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗੁਰਗੱਦੀ ਦਿਵਸ ਪਿਆਰ ਸ਼ਰਧਾ ਨਾਲ ਮਨਾਏ ਜਾਂਦੇ ਨੇ। ਮਹਾਂਪੁਰਸ਼ਾਂ ਨੇ ਸਾਰਾ ਜੀਵਨ ਕਥਾ ਕੀਰਤਨ ਕਰਕੇ, ਖੰਡੇ ਵੜ ਦਾ ਅੰਮ੍ਰਿਤ ਛਕਾ ਕੇ ਸ਼ਬਦ ਗੁਰੂ ਦੇ ਲੜ ਲਾਇਆ। ਔਰ ਜੋ 10ਵੇਂ ਪਾਤਸ਼ਾਹ ਦਾ ਸਾਨੂੰ ਹੁਕਮ ਹੈ, ਜਿਸ ਦੇ ਬਾਰੇ ਵਿਦਵਾਨ ਲਿਖਦੇ ਨੇ, ਆਗਿਆ ਪਈ ਅਕਾਲ ਕੀ ਤਬੈ ਚਲਾਇਓ, ਪੰਥ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਅਸੀਂ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜ ਸਕੀਏ। ਇਸ ਵਾਰ ਗੁਰੂ ਨਾਨਕ ਸਾਹਿਬ ਜੀ ਦਾ 550 ਸਾਲਾ ਜੋ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਮਨਾ ਰਹੀਆਂ ਹਨ, ਉਸ ਪਵਿੱਤਰ ਦਿਹਾੜੇ ਨੂੰ ਸਮਰਪਿਤ ਅੱਜ ਦਾ 3 ਨਵੰਬਰ ਦਾ ਦਿਹਾੜਾ ਇਸ ਟਰੱਸਟ ਵੱਲੋਂ ਸਾਰੀਆਂ ਸੰਗਤਾਂ ਵੱਲੋਂ ਰੱਖਿਆ ਗਿਆ। ਰਾਤ ਕਵੀ ਦਰਬਾਰ ਹੋਇਆ ਸੀ। ਅੱਜ ਅੰਮ੍ਰਿਤ ਵੇਲੇ ਸਿਮਰਨ ਨਿਤਨੇਮ ਤੋਂ ਬਾਅਦ ਆਸਾ ਜੀ ਦੀ ਵਾਰ ਦੇ ਕੀਰਤਨ ਬੀਬੀ ਚਰਨਜੀਤ ਕੌਰ ਦੇ ਜਥੇ ਵੱਲੋਂ ਆਪ ਜੀ ਨੇ ਪਿਆਰ ਨਾਲ ਸਰਵਣ ਕੀਤੇ ਹਨ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਬਚਨ ਆਉਂਦੇ ਨੇ, ਸਾਹਿਬ ਦੀ ਗੁਰਬਾਣੀ ਹੈ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਇਹ ਵੀ ਵਿਚਾਰ ਅਸੀਂ ਪੜ੍ਹਦੇ ਹਾਂ, ਸੁਣਦੇ ਹਾਂ ਕਿ ਇਹ ਸਾਰਾ ਸੰਸਾਰ ਉਸ ਮਾਲਕ ਦਾ ਰੂਪ ਹੈ। ਵਾਹਿਗੁਰੂ ਜੀ ਸਰਵ-ਵਿਆਪਕ ਹਨ। ਇਸ ਸੰਸਾਰ ਦੇ ਅੰਦਰ ਜਿੱਥੇ ਉਸ ਵਾਹਿਗੁਰੂ ਜੀ ਨੇ ਇੱਕ ਤੋਂ ਅਨੇਕ ਰੂਪ ਧਾਰਨ ਕੀਤੇ ਹਨ, ਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ, ਉੱਥੇ ਵਾਹਿਗੁਰੂ ਜੀ ਨੇ ਆਪਣੇ ਆਪ ਨੂੰ ਇਸ ਸੰਸਾਰ ਦੀ ਹਾਲਤ ਦੇਖ ਕੇ ਗੁਰੂ ਪਰਮੇਸ਼ਰ ਦੇ ਰੂਪ ਵਿੱਚ, ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਪ੍ਰਗਟ ਕੀਤਾ ਹੈ। ਕਿਸ ਵੇਲੇ, ਜਿਸ ਵੇਲੇ ਸੰਸਾਰ ਦੀ ਹਾਲਤ ਕੀ ਸੀ,
ਧਰਮ ਦੇ 4 ਪੈਰ ਮੰਨੇ ਗਏ ਹਨ। ਰਾਜਾ, ਤੀਰਥ, ਬ੍ਰਾਹਮਣ ਤੇ ਸਾਧੂ। ਰਾਜਿਆਂ ਦਾ ਫਰਜ਼ ਹੁੰਦਾ ਹੈ ਨਿਆਂ ਕਰਨਾ, ਤੇ ਰਾਜੇ ਨਿਆਂ ਭੁੱਲ ਕੇ ਪ੍ਰਜਾ ਨੂੰ ਕੋਹ ਕੇ ਮਾਰਨ ਲੱਗ ਪਏ। ਉਹਨਾਂ ਰਾਜਿਆਂ ਦਾ ਹਾਲ ਮੇਰੇ ਗੁਰੂ ਸਾਹਿਬ ਬਾਣੀ ਵਿੱਚ ਦੱਸਦੇ ਨੇ। ਕਲ ਕਾਤੀ ਰਾਜੇ ਕਸਾਈ, ਧਰਮ ਪੰਕੜ ਉਡਰਿਆ, ਕੂੜ ਅਮਾਵਸ ਸੱਚ ਚੰਦਰਮਾ, ਦਿਸੈ ਨਾਹੀਂ ਕਹਿ ਚੜਿਆ। ਜਿਵੇਂ ਮੱਸਿਆ ਦੀ ਰਾਤ ਨੂੰ ਚੰਦ ਨਹੀਂ ਨਜ਼ਰ ਆਉਂਦਾ ਜਿੱਥੇ ਮੱਸਿਆ ਹੋਵੇ, ਇਸੇ ਤਰ੍ਹਾਂ ਕੂੜ ਅਮਾਵਸ ਸੱਚ ਚੰਦਰਮਾ। ਇਸ ਤੋਂ ਪਹਿਲਾਂ ਮਾਰ ਕਹਿੰਦੇ ਕਲ ਕਾਤੀ ਰਾਜੇ ਕਸਾਈ, ਧਰਮ ਪੰਕੜ ਉਡਰਿਆ। ਉਹ ਧਰਮ ਖੰਭ ਲਾ ਕੇ ਉੱਡ ਗਿਆ, ਕਿਤੇ ਨਜ਼ਰ ਨਹੀਂ ਆ ਰਿਹਾ, ਅਧਰਮ ਫੈਲ ਗਿਆ। ਅੰਧਕਾਰ ਛਾ ਗਿਆ, ਅਗਿਆਨ ਹੀ ਅਗਿਆਨ, ਤੇ ਸੱਚ ਅਲੋਪ ਹੋ ਗਿਆ। ਕੂੜ ਅਮਾਵਸ ਸੱਚ ਚੰਦਰਮਾ, ਦਿਸੈ ਨਾਹੀਂ ਕਹਿ ਚੜਿਆ। ਆਹ ਜਿਹੜੀ ਹਾਲਤ ਹੈ, ਇਹ ਸਾਧ ਸੰਗਤ ਜੀ ਉਸ ਵੇਲੇ ਦੀ ਗੁਰੂ ਮਹਾਰਾਜ ਦੱਸਦੇ ਨੇ। ਰਾਜੇ ਛੀਮ ਕਦਮ ਕੁੱਤੇ, ਰਾਜੇ ਪ੍ਰਜਾ ਦੇ ਮਾਪੇ ਹੁੰਦੇ ਹੈ। ਜਿਵੇਂ ਮਾਤਾ ਪਿਤਾ ਬੱਚਿਆਂ ਨੂੰ ਪਾਲਦੇ ਹੈ, ਧਿਆਨ ਰੱਖਦੇ ਹੈ, ਇਸੇ ਤਰ੍ਹਾਂ ਰਾਜੇ ਦਾ ਵੀ ਇੱਕ ਫਰਜ਼ ਹੁੰਦਾ ਬਹੁਤ ਵੱਡਾ। ਪਰ ਹੋਇਆ ਕਿ ਰਾਜੇ ਛੀਹੀਂ, ਰਾਜੇ ਦਰਿੰਦੇ ਬਣ ਗਏ। ਅਪੀਲ ਕਿੱਥੇ ਕਰੇ, ਭਰੋਸਾ ਕਿਸ ਤੇ ਰੱਖੇ। ਮੁਕੱਦਮ ਕੁੱਤੇ ਜਿਹੜੇ ਅੱਗੋਂ ਕਰਿੰਦੇ ਸਨ, ਜਦੋਂ ਰਾਜੇ ਦਰਿੰਦੇ ਬਣ ਗਏ ਤੇ ਉਹਨਾਂ ਜਿਹੜੇ ਕਰਿੰਦੇ ਨੇ ਮੁਕੱਦਮ ਕੁੱਤੇ, ਉਹ ਵੀ ਵੱਢ ਖਾਣੇ ਹੋ ਗਏ। ਉਹਨਾਂ ਦਾ ਵੀ ਐਸਾ ਜੀਵਨ ਹੈ ਪਿਆਰੇ। ਮੈਂ ਨਾਂ ਨਹੀਂ ਲੈਣਾ। ਇੱਕ ਸਟੇਟ ਦੇ ਵਿੱਚ ਬਹੁਤ ਸਾਲ ਪਹਿਲਾਂ ਦੀ ਗੱਲ ਹੈ, ਤੇ CM ਮੁੱਖ ਮੰਤਰੀ ਇੱਕ ਦਸਤਖਤ ਦੇ 5 ਲੱਖ ਰੁਪਈਆ ਲਵੇ, ਜਿਵੇਂ ਅੱਜ 5 ਕਰੋੜ ਕਹਿ ਦਿਓ। ਉਸ ਸਟੇਟ 'ਚ ਬੜਾ ਰੌਲਾ ਪਿਆ। ਮੀਟਿੰਗ ਹੋਈ, ਜਿਹੜੇ MLA ਸਨ ਉਹਨਾਂ ਨੇ ਕਿਹਾ ਜੀ ਤੁਹਾਡੀ ਬਦਨਾਮੀ ਬੜੀ ਹੋ ਰਹੀ ਹੈ, ਤੁਸੀਂ ਇੱਕ ਦਸਤਖਤ ਦੇ 5 ਲੱਖ ਰੁਪਏ ਲੈਂਦੇ ਹੋ, ਇਹ ਨਾ ਲਓ। ਅੱਗੋਂ CM ਨੇ ਕਿਹਾ ਕਿ ਤੁਸੀਂ ਮੇਰੇ ਕੋਲੋਂ ਨਾ ਲਓ, ਮੈਂ ਨਹੀਂ ਲੈਂਦਾ, ਮੈਂ ਤਾਂ ਤੁਹਾਡੇ ਵਾਸਤੇ ਕਰਨਾ, ਮੈਂ ਬਦਨਾਮੀ ਤੁਹਾਡੇ ਕਰਕੇ ਮੇਰੀ ਹੋ ਰਹੀ ਹੈ। ਕਈ ਵਾਰ ਥੱਲਿਓਂ ਉੱਤੇ ਨੂੰ ਜਾਂਦੇ, ਤੁਸੀਂ ਵੀ ਲੈਂਦੇ ਹੋ। ਭਾਵ ਜਿਸ ਤਰ੍ਹਾਂ ਦਾ ਰਾਜਾ ਹੋਵੇ ਤੇ ਉਹਦੇ ਜਿਹੜੇ ਅਹਿਲਕਾਰ ਹਨ, ਮੰਤਰੀ ਹਨ, ਉਹਨੇ ਉਹੀ ਚੁਣਨੇ ਆ ਉਸ ਤਰ੍ਹਾਂ ਦੇ। ਤੇ ਜੇ ਰਾਜਾ ਦਰਿੰਦਾ ਹੋ ਗਿਆ
ਤੇ ਫਿਰ ਕੀ ਹੋਏਗਾ? ਸਾਹਿਬ ਕਹਿੰਦੇ ਰਾਜੇ ਸ਼ੀਂਹੀ ਮੁਕੱਦਮ ਕੁੱਤੇ। ਆਹ ਹਾਲ ਹੋ ਗਿਆ। ਸੱਚ ਕਾਲ ਕੂੜ ਵਰਤਿਆ, ਕਲ ਕਾਲਖ ਬੇਤਾਲ, ਬੀਓ ਬੀਜ ਪਤ ਲੈ ਗਏ, ਅਬ ਕਿਉਂ ਉਗਵੈ ਦਾਲ। ਇਹ ਹਾਲਤ ਜਿਹੜੀ ਹੈ ਇਸ ਸੰਸਾਰ ਦੀ ਹੋ ਗਈ। ਇਤਿਹਾਸ ਵਿੱਚ ਆਉਂਦਾ ਹੈ ਕਿ ਅਲਾਉਦੀਨ ਖਿਲਜੀ ਵਰਗੇ ਜਿਹੜੇ ਰਾਜੇ ਸੀ, ਉਹਨਾਂ ਨੇ ਉਸ ਨੇ ਹੁਕਮ ਆਪਣਾ ਐਸਾ ਚਲਾਇਆ, ਜ਼ੁਲਮ ਕੀਤਾ ਕਿ ਮਨੁੱਖਾਂ ਦੀਆਂ ਖੱਲੜੀਆਂ ਉਤਾਰ ਦਿੱਤੀਆਂ। ਐਸੀਆਂ ਸਜ਼ਾਵਾਂ। ਜਿਹੜੇ ਤੈਮੂਰ ਵਰਗੇ ਬੇਰਹਿਮ ਲੁਟੇਰੇ ਸੀ, ਪਿਆਰਿਓ, ਉਹਨਾਂ ਨੇ ਸੈਂਕੜੇ ਹਜ਼ਾਰ ਨਹੀਂ ਲੱਖਾਂ ਆਦਮੀ ਬੇਕਸੂਰੇ ਖਤਮ ਕੀਤੇ ਹੈ। ਸਿਕੰਦਰ ਲੋਧੀ ਆਪਣੇ ਆਪ ਨੂੰ ਕੀ ਖਾਉਣ ਲੱਗ ਪਿਆ? ਬੁੱਤ ਸ਼ਿਕਨ। ਉਹਨੇ ਮੰਦਰ ਜਿਹੜੇ ਸੀ ਢਾਉਣੇ ਸ਼ੁਰੂ ਕਰ ਦਿੱਤੇ। ਸਤਿਯੁਗ ਦਾ ਇਤਿਹਾਸ ਪੜ੍ਹਨੇ ਆ ਤੇ ਹਰਨਾਕਸ਼ ਕੋਲ ਜਦੋਂ ਤਾਕਤ ਆਈ ਹੈ ਤੇ ਉਹਨੇ ਕੀ ਕੀਤਾ ਸੀ? ਰਾਜ ਮੱਧ ਵਿੱਚ ਉਹ ਅੰਨਾ ਹੋ ਗਿਆ ਤੇ ਉਹਨੇ ਕਿਹਾ ਵੀ ਕੋਈ ਰੱਬ ਨਹੀਂ, ਮੈਂ ਹੀ ਰੱਬ ਹਾਂ। ਜੱਲੇ ਹਰਨਾਕਸ਼, ਥੱਲੇ ਹਰਨਾਕਸ਼, ਬਸ ਮੇਰਾ ਹੀ ਨਾਮ ਜਪੋ। ਤੇ ਜਿਹੜਾ ਰੱਬ ਦਾ ਨਾਂ ਲਏਗਾ ਉਹਨੂੰ ਸਜਾਏ ਮੌਤ। ਤੇ ਘਰ ਵਿੱਚ ਜਿਹੜਾ ਪੁੱਤਰ ਹੋਇਆ, ਘਰ ਹਰਨਾਕਸ਼ ਦੈਂਤ ਦੇ ਕਲਰ ਕਵਲ ਭਗਤ ਪ੍ਰਹਿਲਾਦ, ਤੇ ਕਿਹੜੀ ਸਜ਼ਾ ਜਿਹੜੀ ਹੈ ਪ੍ਰਹਿਲਾਦ ਨੂੰ ਨਹੀਂ ਦਿੱਤੀ ਉਸਨੇ। ਕੋਈ ਧਾਰਮਿਕ ਸਥਾਨ ਉਹਨੇ ਨਹੀਂ ਸੀ ਛੱਡਿਆ। ਮੁਲਤਾਨ ਦਾ ਬਾਦਸ਼ਾਹ ਸੀ। ਸਿਕੰਦਰ ਲੋਧੀ ਨੇ ਆਪਣਾ ਨਾਮ ਬੁੱਤ ਸ਼ਿਕਨ ਰਖਾ ਲਿਆ ਤੇ ਕੀ ਕਰਦਾ ਹੈ? ਮੰਦਰ ਤੇ ਦਿਉਰੇ ਜਿਹੜੇ ਸੀ ਢਾਉਣੇ ਸ਼ੁਰੂ ਕਰ ਦਿੱਤੇ। ਇਹ ਕੰਮ ਉਸ ਨੇ ਵੀ ਕੀਤਾ। ਜਿਹੜਾ ਬਾਬਰ ਹੈ ਤੋਜ ਕੇ ਬਾਬਰੀ ਵਿੱਚ ਲਿਖਦਾ ਹੈ ਆਪਣੇ ਜੀਵਨ ਦੀ ਘਟਨਾ, ਕਹਿੰਦਾ ਮੈਂ ਅੱਜ ਬਹੁਤ ਵੱਡਾ ਪੁੰਨ ਖੱਟਿਆ, ਅੱਲਾਹ ਤਾਲਾ ਮੇਰੇ ਤੇ ਖੁਸ਼ ਹੋਏਗਾ। 1 ਲੱਖ ਕਾਫਰ, 1000 ਆਦਮੀ ਲਾ ਕੇ ਮੈਂ ਕਤਲ ਕੀਤਾ, ਮਾਰਿਆ ਹੈ। ਉਹਨਾਂ ਕਾਫਰਾਂ ਦਾ ਇੰਨਾ ਖੂਨ ਚੱਲਿਆ ਕਿ 3 ਵਾਰ ਮੈਨੂੰ ਆਪਣਾ ਟੈਂਟ ਬਦਲਣਾ ਪਿਆ ਤੇ ਅੱਲਾਹ ਤਾਲਾ ਮੇਰੇ ਤੇ ਖੁਸ਼ ਹੋਏਗਾ। ਜਿਸ ਅੱਲਾਹ ਤਾਲਾ ਨੇ ਸ੍ਰਿਸ਼ਟੀ ਸਾਜੀ ਹੈ, ਜਿਸ ਅੱਲਾਹ ਤਾਲਾ ਦਾ ਇਹ ਸੰਸਾਰ ਹੈ, ਦੇਖੋ ਕੱਟੜਤਾ ਦੀਆਂ ਪੱਟੀਆਂ ਅੱਖਾਂ 'ਤੇ ਬੰਨੀਆਂ, ਆਪਣੇ ਰਾਜ ਕੁਰਸੀ ਵਾਸਤੇ, ਰਾਜ ਗੱਦੀ ਵਾਸਤੇ ਸਹਾਰਾ ਕੀ ਲਿਆ ਜਾ ਰਿਹਾ? ਕੀ ਕਿਸੇ ਮਾਤਾ ਪਿਤਾ ਦਾ ਪੁੱਤਰ ਮਾਰਿਆ ਜਾਵੇ ਤੇ ਉਹ ਮਾਤਾ ਪਿਤਾ ਖੁਸ਼ ਹੋਏਗਾ? ਇਹ ਸੰਸਾਰ ਸਾਰਾ ਉਸ ਦਾ ਹੀ ਹੈ ਜਿੱਥੇ ਸਾਰੀ ਸ੍ਰਿਸ਼ਟੀ, ਸਾਰੀ ਰਚਨਾ, ਹਰ ਜੀਵ ਉਸਦਾ ਹੈ ਤੇ ਇਹ ਸਾਰੇ ਹੀ ਉਸਦੇ ਬੱਚੇ ਨੇ। ਏਕ ਪਿਤਾ ਏਕ ਸਕੇ ਹਮ ਬਾਰਗ, ਤੂੰ ਮੇਰਾ ਗੁਰਹਾਈ। ਮਜ਼ਹਬ ਦਾ ਇੱਕ ਸਹਾਰਾ ਲੈ ਕੇ ਅਸੀਂ ਮੋਮਨ ਹਾਂ, ਸਾਡੇ ਤੋਂ ਬਗੈਰ ਸਭ ਕਾਫਰ ਹਨ।
ਕਿੱਡੀ ਵੱਡੀ ਭੁੱਲ ਹੈ, ਅਗਿਆਨਤਾ ਹੈ। ਤੇ 1 ਲੱਖ ਕਹਿੰਦਾ ਮੈਂ ਕਾਫਰ ਮਾਰਿਆ। ਉਹ ਜੋ ਧਰਮ ਹੈ ਉੱਡ ਗਿਆ, ਜਿਸ ਦੇ ਧਰਮ ਦੇ 10 ਅੰਗ ਮੰਨੇ ਗਏ ਹੈ। ਸਤ, ਸੰਤੋਖ, ਦਇਆ, ਖੇਮਾ, ਧੀਰਜ, ਸ਼ੀਲ, ਸੌਚ, ਸੇਵਾ ਭਾਵ, ਪੁੰਨ, ਦਾਨ, ਪਿਆਰ। ਇਹ 10 ਅੰਗ ਧਰਮ ਦੇ ਮੰਨੇ ਗਏ, ਪਰ ਕਿਤੇ ਧਰਮ ਨਜ਼ਰ ਨਹੀਂ ਆ ਰਿਹਾ। ਇਹ ਪੈਰ ਜਿਹੜਾ ਸੀ ਇਹ ਵੀ ਖਤਮ ਹੋ ਗਿਆ। ਜਿਹੜੇ ਤੀਰਥ ਸਨ ਉਹ ਤੀਰਥ ਬਣੇ ਕਿਵੇਂ ਆ? ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਇੱਕ ਸ਼ਬਦ ਐਸਾ ਹੁੰਦਾ ਹੈ, ਉਹਦੀ ਹਰ ਪੰਕਤੀ ਦੇ ਵਿੱਚ ਸਵਾਲ ਤੇ ਨਾਲ ਹੀ ਜਵਾਬ ਹੈ। ਤੀਰਥ ਬੜਾ ਕੇ ਹਰ ਕਾ ਦਾਸ। ਤੇ ਉਹ ਹਰ ਪੰਕਤੀ ਦਾ ਜਿਹੜਾ ਆਖਰੀ ਬਚਨ ਹੈ ਉਹ ਜਵਾਬ ਹੈ, ਹਰ ਕਾ ਦਾਸ। ਰੱਬ ਦੇ ਪਿਆਰੇ ਵੱਡੇ ਤੀਰਥ ਨਾਲੋਂ। ਕਿਉਂ ਵੱਡੇ ਨੇ? ਕਿ ਸੰਸਾਰ ਅੰਦਰ ਜਿੱਥੇ ਵੀ ਤੀਰਥ ਬਣੇ ਨੇ ਉਹ ਉੱਥੇ ਹੀ ਬਣੇ ਨੇ ਜਿੱਥੇ ਵਾਹਿਗੁਰੂ ਦੇ ਪਿਆਰਿਆਂ ਨੇ ਨਾਮ ਜਪਿਆ, ਉੱਥੇ ਤੀਰਥ ਬਣੇ ਹੈ। ਇਸ ਕਰਕੇ ਹਰੀ ਦਾ ਦਾਸ ਵੱਡਾ ਹੈ, ਰੱਬ ਦਾ ਪਿਆਰਾ ਵੱਡਾ ਹੈ। ਉਹ ਬਣੇ ਤੇ ਇਸ ਕਰਕੇ ਸਨ ਕਿ ਤੁਸੀਂ ਵੀ ਉਸ ਮਾਲਕ ਨੂੰ ਇੱਥੇ ਬੈਠ ਕੇ ਯਾਦ ਕਰੋ, ਰਾਮ ਰਾਮ ਜਪੋ, ਅੱਲਾ ਅੱਲਾ ਜਪੋ, ਵਾਹਿਗੁਰੂ ਵਾਹਿਗੁਰੂ ਜਪੋ, ਉਸ ਦੀ ਯਾਦ ਵਿੱਚ ਜੁੜੋ। ਪਰ ਸਭ ਕੁਛ ਉਲਟ ਹੋ ਗਿਆ। ਪਖੰਡ ਪ੍ਰਧਾਨ ਹੋ ਗਏ, ਭਰਮ ਹੋ ਗਏ, ਕਪਟ ਚੱਲ ਪਿਆ। ਇਹ ਵੀ ਪੈਰ ਖਤਮ ਹੋ ਗਿਆ। ਤੀਸਰਾ ਪੈਰ ਬ੍ਰਾਹਮਣ। ਬ੍ਰਾਹਮਣ ਕਹਿੰਦੇ ਵਿਦਵਾਨ ਨੂੰ। ਤੇ ਉਹਨਾਂ ਦਾ ਕੰਮ ਸੀ ਸਹੀ ਸੇਧ ਦੇਣੀ, ਸਹੀ ਵਿਚਾਰ ਸੰਸਾਰ ਤੱਕ ਪਹੁੰਚਾਉਣੇ। ਮਾਇਆ ਦੇ ਲਾਲਚ ਆ ਕੇ ਮਨ ਘੜਤ ਸਾਖੀਆਂ ਲੋਕਾਂ ਨੂੰ ਸੁਣਾਉਣ ਲੱਗ ਪਏ। ਆ ਮੈਂ ਹੁਣੇ ਆਉਣ ਤੋਂ ਪਹਿਲਾਂ ਸਿੰਘਾਂ ਨਾਲ ਇੱਕ ਵਿਚਾਰ ਕਰ ਰਿਹਾ ਸੀ। ਕਈ ਸਾਲਾਂ ਦਾ ਬਚਨ ਹੈ। ਇੱਕ ਸਟੇਜ ਤੇ ਖੜਾ ਹੋ ਕੇ ਕਹਿਣ ਲੱਗਾ, ਕਹਿੰਦਾ ਜੀ ਜਦੋਂ ਮੇਰਾ ਜਨਮ ਹੋਇਆ ਸੀ ਨਾ ਤੇ ਮੇਰੀ ਮਾਂ ਨੇ ਪੰਡਤ ਨੂੰ ਹੱਥ ਦਿਖਾਇਆ ਤੇ ਉਹ ਕਹਿਣ ਲੱਗਾ ਤੇਰਾ ਪੁੱਤਰ ਬੜਾ ਚੰਗਾ ਹੋਣਾ, ਇਹਨੇ ਸਟੇਜਾਂ ਤੇ ਗਾਇਆ ਕਰਨਾ, ਇਹਨੇ ਆਹ ਕਰਨਾ। ਤੇ ਇੱਕ ਇਹਦੀ ਜਿਹੜੀ ਰੇਖਾ ਹੈ ਨਾ, ਦੇਖੋ ਕੀ ਕਹਿ ਰਿਹਾ ਉਸ ਸਟੇਜ ਤੇ। ਕਹਿੰਦਾ ਹੈ ਮਾਤਾ ਤੇਰੇ ਬੱਚੇ ਦੀ ਇੱਕ ਰੇਖਾ ਐਸੀ ਹੈ, ਜਦੋਂ ਇਹ ਬੋਲਿਆ ਕਰੇਗਾ ਜਿਹੜਾ ਇਹਨੂੰ ਪੈਸੇ ਨਾ ਦੇਗਾ ਉਹਨੂੰ ਪਾਪ ਲੱਗੇਗਾ। ਕਿਉਂਕਿ ਉਹਨੇ ਬਾਅਦ 'ਚ ਬੋਲਣਾ ਸੀ ਵੀ ਜਿੰਨੇ ਬੈਠੇ ਆ ਮੈਨੂੰ ਪੈਸੇ ਦੇਣ। ਕਹਿੰਦੇ ਮੇਰਾ ਨਾ ਇਹ ਮੇਰੀ ਪੱਤਰੀ ਬਣੀ ਹੋਈ ਹੈ, ਆਹ ਦੇਖੋ ਵੀ ਜਿਹੜਾ ਇਹਨੂੰ ਨਾ ਪੈਸੇ ਦੇਗਾ ਉਹਨੂੰ ਪਾਪ ਲੱਗੇਗਾ। ਮਨ ਘੜਤ ਗੱਲਾਂ ਪਿਆਰਿਆ ਚੱਲਦੀਆਂ। ਲੋਕਾਂ ਨੂੰ ਕਰਾਹੇ ਪਾ ਦਿੱਤਾ। ਆ ਜ਼ਮੀਨ ਸੁੱਤੀ ਹੈ, ਇਸ ਪਾਸੇ ਹਲ ਨਹੀਂ ਚਲਾ ਸਕਦੇ, ਅਸੀਂ ਜ਼ਮੀਨ ਜਗਾਵਾਂਗੇ, ਪੀਲੀ ਚੀਜ਼ ਦਿਓ ਭਾਵ ਸੋਨੇ ਦੀ ਕੋਈ 7 ਕਿਸਮ ਦਾ ਅਨਾਜ ਦਿਓ। ਬੜੇ ਭਰਮ ਭੁਲੇਖੇ ਪਾਏ ਜਾਂਦੇ। ਉਸ ਦੇ ਬ੍ਰਾਹਮਣ ਵੀ ਵਿਦਵਾਨ ਵੀ। ਇੱਕ ਪੰਡਤ ਦੇ ਘਰੋਂ ਬੀਬੀ ਕਹਿੰਦੀ ਜੀ ਸਿਆਲ ਆ ਰਿਹਾ ਤੇ ਰਜਾਈਆਂ ਲੇਫ ਰਜਾਈਆਂ ਪਾ ਬਣਾਉਣੀਆਂ।
ਇਹਦਾ ਇੰਤਜ਼ਾਮ ਕਰੋ। ਕਹਿੰਦੇ ਕੋਈ ਨਹੀਂ, ਇੱਕ ਵਿਆਹ ਆ ਰਿਹਾ। ਉਹ ਜਿਹੜਾ ਜਿਨ੍ਹਾਂ ਦੀ ਲੜਕੀ ਦਾ ਵਿਆਹ ਸੀ ਉਹ ਆਏ ਵੀ ਪੰਡਿਤ ਜੀ ਦੇਖੋ। ਉਹ ਦੇਖ ਕੇ ਕਹਿਣ ਲੱਗਾ, ਕਹਿੰਦਾ ਵੀ ਬਾਕੀ ਤਾਂ ਸਭ ਠੀਕ ਹੈ, ਤੇ ਕਪਾਹੰ ਦੇਵਤਾ ਬੜਾ ਭਾਰੂ ਹੈ ਇਸ ਵਿਆਹ ਤੇ, ਬੜਾ ਕਸ਼ਟ ਹੈ। ਕਹਿੰਦੇ ਜੀ ਕੀ ਕਰੀਏ? ਕਹਿੰਦੇ ਜਦੋਂ ਫੇਰੇ ਹੋਣੇ ਨੇ ਨਾ, ਚੌਹਾਂ ਕੋਨਿਆਂ ਦੇ ਉੱਤੇ ਕਪਾਹ ਦੇ ਢੇਰ ਲਾ ਦਿਓ, ਉਹ ਫਿਰ ਪੰਡਤ ਨੂੰ ਦਾਨ ਕਰੋ, ਤੇ ਕਪਾਹੰ ਦੇਵਤਾ ਖੁਸ਼ ਹੋ ਜਾਏਗਾ ਤੇ ਵਿਘਨ ਦੂਰ ਹੋ ਜਾਣਗੇ। ਉਹ ਵਿਚਾਰੇ ਡਰਦੇ ਸੀ, ਡਰ ਗਏ। ਹੁਣ ਜਾਂ ਤਾਂ ਸਿਆਣਾ ਹੁੰਦਾ ਕੋਈ, ਨਾ ਡਰਦਾ ਠੀਕ ਸੀ। ਅਦਾਲਤ ਦੇ ਛੋਟੇ ਵੀਰ ਭਾਈ ਪ੍ਰੀਤ ਸਿੰਘ ਬੈਠੇ, ਇਹਨਾਂ ਨੂੰ ਪਤਾ ਹੈ। ਉਧਰ ਉੱਤਰਾਖੰਡ ਦੀ ਗੱਲ ਹੈ। ਇੱਕ ਪਰਿਵਾਰ ਨੇ ਰਿਸ਼ਤਾ ਕੀਤਾ, ਹਿੰਦੂ ਪਰਿਵਾਰ ਸੀ। ਲੜਕਾ ਚੰਗਾ ਪੜ੍ਹਿਆ, ਚੰਗੇ ਅਮੀਰ ਨੇ। ਉਹਨਾਂ ਨੇ ਕਿਹਾ ਜੀ ਸਾਨੂੰ ਤਾਂ ਲੜਕੀ ਚਾਹੀਦੀ, ਕੁਛ ਨਹੀਂ ਲੈਣਾ। ਉਹਦੇ ਬਾਅਦ ਹੀ ਪਤਾ ਲੱਗਦਾ ਨਾ, ਬਹੁਤ ਸਾਰੇ ਕਹਿਣਗੇ ਨਾ ਜੀ ਸੋਫਾ ਸੈੱਟ ਦੀ ਕੀ ਲੋੜ ਹੈ, ਇਹਦੀ ਕੋਈ ਲੋੜ ਨਹੀਂ, ਕੱਪੜੇ ਦੀ ਕੋਈ ਲੋੜ ਨਹੀਂ। ਬਾਅਦ 'ਚ ਪਤਾ ਲੱਗਦਾ ਇਹ ਸਾਡੇ ਕੋਲ ਕੱਪੜੇ ਬਹੁਤ ਨੇ, ਕੁਰਸੀਆਂ ਬੜੀਆਂ ਨੇ। ਉਹ ਬਾਅਦ 'ਚ ਪਤਾ ਲੱਗਦਾ ਵੀ ਕੋਠੀ ਚਾਹੀਦੀ ਹੈ। ਉਹ ਰਿਸ਼ਤਾ ਖੈਰ ਹੋ ਗਿਆ। ਮੈਂ ਨੇੜੇ ਗੱਲ ਲਿਆਵਾਂ। ਲੜਕੇ ਵਾਲਿਆਂ ਨੇ ਕਿਹਾ ਵੀ ਫਲਾਣੇ ਹੋਟਲ ਦੇ ਵਿੱਚ ਸਾਡੀ ਬਰਾਤ ਜਿਹੜੀ ਹੈ ਰਹੇਗੀ, ਅਤੇ ਆਹ ਖਾਣੇ ਚਾਹੀਦੇ, ਆਹ ਚਾਹੀਦਾ, ਆਹ ਚਾਹੀਦਾ, ਆਹ ਚਾਹੀਦਾ। ਉਹ ਵਿਚਾਰਾ ਉਹਦੇ ਨਾਲੋਂ ਬੜਾ ਗਰੀਬ ਸੀ। ਉਹਨੇ ਕਿਹਾ ਵੀ ਇਹ ਗੱਲ ਕਿਵੇਂ ਬਣੇ? ਮੁੰਡਾ ਚੰਗਾ ਠੀਕ ਠਾਕ ਆ, ਪਰ ਖੈਰ ਉਹਨੇ ਵੀ ਸੋਚ ਲਿਆ। ਉਹਨੇ ਆਪਣੇ ਪੰਡਤ ਨਾਲ ਗੱਲ ਕੀਤੀ। ਉਹਨੇ ਕਿਹਾ ਠੀਕ ਹੈ, ਕੋਈ ਗੱਲ ਨਹੀਂ। ਜਿਸ ਵੇਲੇ ਆਪਣੇ ਪੰਡਤ ਨਾਲ ਗੱਲ ਕੀਤੀ ਤੇ ਪੰਡਤ ਨੇ ਫਿਰ ਜੁਗਤੀ ਦੱਸ ਦਿੱਤੀ। ਜਿਹੜਾ ਉਹਨਾਂ ਦਾ ਪੰਡਤ ਸੀ ਉਹਦੇ ਕੋਲ ਚਲਾ ਗਿਆ ਲੜਕੀ ਦਾ ਪਿਤਾ। ਉਹਨੇ ਕਿਹਾ ਵੀ ਆਹ ਲੈ ਰੁਪਈਆ 10,000 ਚੱਕ, ਆਹ ਗੱਲ ਹੀ। ਕਹਿੰਦੇ ਜੀ ਠੀਕ ਹੈ ਕਰਕੇ। ਤੇ ਇਹ ਜਿਹੜਾ ਲੜਕੀ ਦਾ ਪਿਤਾ ਸੀ, ਇਹਨੇ ਲੜਕੇ ਦੇ ਪਿਤਾ ਨੂੰ ਕਿਹਾ ਜੀ ਬਾਕੀ ਤਾਂ ਸਭ ਕੁਛ ਠੀਕ ਹੈ, ਪਰ ਅਸੀਂ ਤਾਂ ਬੜੇ ਡਰ ਗਏ ਹਾਂ। ਕਹਿੰਦੇ ਕੀ ਗੱਲ ਹੋਈ ਹੈ? ਕਹਿੰਦੇ ਜੀ ਸਾਡੇ ਪੰਡਤ ਨੇ ਦੱਸਿਆ ਵੀ ਜਿਹੜੀ ਬਰਾਤ ਆਉਣੀ ਹੈ ਉਹ ਤੁਹਾਡੇ ਘਰ ਦਾ, ਤੁਹਾਡੇ ਪੈਸੇ ਦਾ ਪਾਣੀ ਦਾ ਘੁੱਟ ਨਾ ਪੀਵੇ, ਨਹੀਂ ਤਾਂ ਨਹੀਂ ਜੇ ਬਚਣਾ ਜੋੜੀ ਨੇ। ਅਸੀਂ ਤਾਂ ਹੋਟਲ ਤਿਆਰ, ਸਭ ਕੁਛ ਤਿਆਰ ਕੀਤਾ ਪਿਆ ਸੀ। ਤੁਸੀਂ ਆਪਣੇ ਪੰਡਤ ਨੂੰ ਪੁੱਛੋ, ਜੋ ਕਹੇਗਾ ਇਹ ਮੰਨ ਲਾਂਗੇ। ਪੰਡਤ ਨੂੰ ਪੈਸੇ ਦੇ ਹੀ ਆਇਆ ਸੀ। ਉਹਨੇ ਵੀ ਕਹਿ ਦਿੱਤਾ। ਜਦੋਂ ਲੜਕੇ ਵਾਲਾ ਆਪਣੇ ਪੰਡਤ ਨੂੰ ਪੁੱਛਿਆ, ਕਹਿੰਦੇ ਬਾਕੀ ਤਾਂ ਸਭ ਠੀਕ ਹੈ, ਲੜਕੀ ਬੜੀ ਨੇਕ ਹੈ, ਇਹੋ ਜਿਹੀ ਤੁਹਾਨੂੰ ਮਿਲਣੀ ਨਹੀਂ, ਸਭ ਠੀਕ ਹੈ। ਪਰ ਇਹਨਾਂ ਦਾ ਇਹ ਲਿਖਿਆ ਵੀ ਤੁਸੀਂ ਲੜਕੀ ਵਾਲੇ ਘਰ ਦਾ ਪਾਣੀ ਦਾ ਘੁੱਟ ਨਹੀਂ ਪੀਣਾ, ਪਾਣੀ ਵੀ ਆਪਣਾ ਨਾਲ ਲੈ ਕੇ ਜਾਇਆ ਜੀ। ਬਸ ਬਣ ਗਈ ਗੱਲ। ਜਿਹੜੇ ਕਹਿੰਦੇ ਹੋਟਲਾਂ 'ਚ ਖਾਣੀ ਰੋਟੀ, ਪਾਣੀ ਵੀ ਆਪਣਾ ਨਾਲ ਲੈ ਕੇ ਆਏ। ਉਹ ਫਿਰ ਆਪਣਾ ਪਾਣੀ ਲੈ ਕੇ ਆਏ, ਫਟਾਫਟ ਫੇਰੇ ਕਰੋ, ਬਸ ਵਾਪਸ। ਪਰ ਜਿਹੜਾ ਡਰ ਜਾਂਦਾ ਉਹ ਵਿਚਾਰਾ ਡਰ ਜਾਂਦਾ। ਉਹਨੇ ਕੀਤਾ, ਉਹ ਜਿਹੜਾ ਡਰ ਗਿਆ ਸੀ ਉਹਨੇ ਚੌਂ ਕੋਨਿਆਂ 'ਤੇ ਕਪਾਹ ਦੇ ਢੇਰ ਲਾਤੇ। ਜਦੋਂ ਬਰਾਤ ਆਈ ਲੜਕੇ ਵਾਲਿਆਂ ਦੀ, ਫੇਰੇ ਹੋਣੇ ਸੀ, ਉਹਨਾਂ ਦਾ ਵੀ ਪੰਡਤ ਨਾਲ ਆਇਆ। ਉਹਨੇ ਵੇਖਿਆ ਚੌਂ ਕੋਨਿਆਂ 'ਤੇ ਕਪਾਹ ਦੇ ਢੇਰ ਲੱਗੇ ਹੈ। ਉਹਨੇ ਪੰਡਤ ਵੱਲ ਇਸ਼ਾਰਾ ਕੀਤਾ, ਕਹਿੰਦਾ ਅਚਰਜ ਵਿਆਹ ਚ ਤਰਫੋਂ ਕਪਾਹ। ਆਹ ਵਿਆਹ ਚਰਜ ਹੈ, ਮੈਂ ਵੀ ਕਰਾਉਣਾ। ਆਹ ਕੀ ਬਣਿਆ ਵੀ ਚੌਂ ਕੋਨਿਆਂ ਦੇ ਉੱਤੇ ਕਪਾਹ ਦੇ ਢੇਰ ਲੱਗੇ। ਦੂਸਰੇ ਪੰਡਤ ਨੇ ਪਤਾ ਕੀ ਕਿਹਾ? ਕਹਿੰਦਾ ਚੁੱਪੋਂ ਗੜਪੰ ਅਰਧੋ ਅਰਧ ਕਰਹੰ। ਚੁੱਪ ਰਹੋ, ਦੋ ਢੇਰੀਆਂ ਤੇਰੀਆਂ, ਦੋ ਮੇਰੀਆਂ, ਬਸ ਗੱਲ ਤੇ ਖਤਮ ਹੈ, ਨਿਬੜ ਗਈ। ਐਵੇਂ ਲੰਮਾ ਕੰਮ ਕੀ ਹੈ, ਦੋ ਢੇਰੀਆਂ ਤੂੰ ਲੈ ਜੀ, ਬਸ ਇਹੀ ਹਾਲ ਹੁੰਦਾ ਪਿਆ।
ਸੰਸਾਰ ਨੂੰ ਭਰਮਾਂ 'ਚ ਪਾਉਣਾ। ਮੇਰੇ ਧੰਨ ਗੁਰੂ ਨਾਨਕ ਸਾਹਿਬ ਨੂੰ ਬਾਰੰਬਾਰ ਨਮਸਕਾਰ ਕਰੀਏ, ਜਿਸ ਮੇਰੇ ਸਤਿਗੁਰ ਨੇ, ਜਿਨ੍ਹਾਂ ਦੀ ਪਿਆਰੀ ਪਿਆਰੇ ਦਿਹਾੜੇ ਮਨਾ ਰਹੇ ਹਾਂ, ਇਹਨਾਂ ਭਰਮਾਂ 'ਚੋਂ ਸਾਨੂੰ ਕੱਢਿਆ ਹੈ ਪਿਆਰੇ। ਮਹਾਦਿਵਸ ਮੂਰਤ ਭਲੇ ਜਾ ਕੋ ਨਦਰ ਕਰੇ। ਫਲਾਣੇ ਦਿਨ ਵਿਆਹ ਕਰਨਾ, ਫਲਾਣੇ ਦਿਨ ਨਹੀਂ ਕਰਨਾ, ਆਹ ਕਰਨਾ, ਆਹ ਕਰਨਾ, ਸਭ ਭਰਮ ਭੁਲੇਖੇ ਨੇ ਪਿਆਰਿਓ, ਸਭ ਭਰਮ ਭੁਲੇਖੇ। ਸੋ ਉਹ ਲੋਕ ਆਪਣਾ ਫਰਜ਼ ਭੁੱਲ ਗਏ। ਚੌਥਾ ਪੈਰ ਸਾਧੂ ਮੰਨਿਆ ਗਿਆ ਸੀ। ਸਾਧੂ ਦੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ, ਪਰ ਹੋਇਆ ਕਿ ਇਹ ਵੀ ਮਾਇਆ ਦੇ ਮੰਡਲ 'ਚ ਫਸ ਗਏ। ਉਸ ਦੇ ਸਾਧੂ ਇੱਕ ਮਾਇਆ ਰੁਪਏ ਪੈਸੇ ਨੂੰ ਕਹਿੰਦੇ ਹੈ। ਰਿੱਧੀਆਂ ਸਿੱਧੀਆਂ ਵੀ ਮਾਇਆ ਮੰਡਲ ਹੈ। ਰਿੱਧ ਸਿਧ ਅਵਰਾ ਸਾਧ, ਸਿੱਧ ਹੋਵਾਂ ਸਿੱਧ ਲਾਈ, ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਬੈਸਾਂ, ਲੋਕ ਰੱਖੈ ਪਾਓ, ਮਤ ਦੇਖ ਭੂਲਾ ਵਿਸਰੈ, ਤੇਰਾ ਚਿਤ ਨਾ ਆਵੈ ਨਾ। ਵੱਡੇ ਵੱਡੇ ਸਾਧੂ, ਵੱਡੇ ਵੱਡੇ ਜੋਗੀ, ਵੱਡੇ ਵੱਡੇ ਸਿੱਧ, ਵੱਡੇ ਵੱਡੇ ਨਾਥ ਇਹਨੂੰ ਪਾਰ ਨਹੀਂ ਕਰ ਸਕੇ। ਹਾਲ ਕੀ ਹੋਇਆ? ਮੇਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ, ਕਬੀਰ ਸਿੱਖ ਸਾਖਾ ਬਹੁਤੇ ਕੀਏ, ਕੇਸੋ ਕਿਓ ਨਾ ਮੀਤ, ਚਾਲੇ ਥੇ ਹਰ ਮਿਲਨ ਕੋ, ਵਿਚੈ ਅਟਕਿਓ ਚੀਤ। ਰੱਬ ਨੂੰ ਮਿਲਣ ਤੁਰੇ ਸੀ ਨਾ, ਆਪ ਹੀ ਰੱਬ ਬਣ ਕੇ ਬਹਿ ਗਏ। ਆਪਣਾ ਪਰਿਵਾਰ 2-4 ਜੀ ਛੱਡ ਦਿੱਤੇ ਤੇ ਚੇਲੇ ਬਹੁਤ ਬਣਾ ਲਏ, ਵੱਡਾ ਗ੍ਰਸਤੀ ਬਣ ਗਿਆ। ਵੀ ਸਿੱਖ ਸਾਖਾ ਬਹੁਤੇ ਕੀ, ਕੇਸੋ ਕੀਓ ਨਾ ਮੀਤ, ਕੇਸੋ ਪਰਮੇਸ਼ਰ ਵਾਹਿਗੁਰੂ ਹੈ। ਆਪਣੀ ਵਡਿਆਈ ਵਿੱਚ, ਆਪਣੀ ਉਬਾਂ ਵਿੱਚ ਹੀ ਭੁੱਲ ਗਿਆ। ਬੜੇ ਮੈਨੂੰ ਮੰਨਦੇ ਨੇ, ਬੜੀ ਮੇਰੀ ਵਡਿਆਈ ਹੋ ਰਹੀ ਹੈ, ਕਿਉਂਕਿ ਕਿਸੇ ਨੂੰ ਭੁੱਖ ਪ੍ਰਸ਼ਾਦ ਪਾਣੀ ਦੀ ਹੁੰਦੀ ਹੈ ਤੇ ਕਈਆਂ ਨੂੰ ਵਡਿਆਈ ਦੀ ਭੁੱਖ ਹੁੰਦੀ ਹੈ ਪਿਆਰਿਓ। ਮਹਾਂਪੁਰਸ਼ਾਂ ਦੇ ਨੇਕ ਬਚਨਾਂ ਵਿੱਚ ਇੱਕ ਬਚਨ ਕਹਿੰਦੇ, ਇੱਕ ਕੋਈ ਚਿਲੇ ਕੱਟਿਆ ਕਰਦਾ ਸੀ ਤੇ ਜਦੋਂ ਉਹਨੇ ਬਾਹਰ ਆਉਣਾ, ਬੜੇ ਢੋਲ ਢਮੱਕੇ, ਬੜੀ ਦੁਨੀਆ ਇਕੱਠੀ ਹੋਣੀ, ਬੜਾ ਖੁਸ਼ ਹੋਣਾ ਉਹਨੇ। ਇੱਕ ਵਾਰ ਐਸਾ ਹੋਇਆ, ਕੋਈ ਆਇਆ ਹੀ ਨਾ, ਕੋਈ ਐਸੀ ਬਿੱਧ ਬਣੀ, ਹੌਕੇ ਲੈ ਕੇ ਮਰ ਗਿਆ। ਲੈ ਦੇਖੋ, ਵੀ ਆਇਆ ਹੀ ਕੋਈ ਨਹੀਂ। ਆਹ ਹਾਲ ਹੈ। ਪਰਮੇਸ਼ਰ ਨੂੰ ਭੁੱਲ ਗਏ। ਇਹ ਵੀ ਵੱਡੀ ਕਮਜ਼ੋਰੀ ਆ ਗਈ ਉਹਨਾਂ ਦੇ ਅੰਦਰ। ਸਾਧ ਕਿਸੇ ਨੂੰ ਵਰ, ਕਿਸੇ ਨੂੰ ਸ਼ਰਾਪ ਦੇ ਦਿੱਤਾ। ਉਹ ਸਾਧਨ ਕਰਕੇ, ਪ੍ਰਾਣਾਯਾਮ ਕਰਕੇ, ਤਪ ਕਰਕੇ ਮਨ ਟਿਕਤਾ ਜਾਂਦਾ ਹੈ, ਪਰ ਮਨ ਸ਼ਾਂਤ ਨਹੀਂ ਹੁੰਦਾ। ਧਿਆਨ ਦੇਣਾ, ਜਦੋਂ ਮਨ ਟਿਕ ਗਿਆ ਤੇ ਰਿੱਧੀਆਂ ਸਿੱਧੀਆਂ ਆ ਜਾਂਦੀਆਂ, ਸਹਿਜ ਸੁਭਾਅ, ਪਰ ਮਨ ਸ਼ਾਂਤ ਨਹੀਂ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਇਹ ਮਰਦੇ ਨਹੀਂ। ਐ ਕਹਿ ਦਈਏ ਕਿ ਕੁਛ ਸਮੇਂ ਵਾਸਤੇ ਬੇਹੋਸ਼ ਹੋ ਗਏ, ਕਿਉਂਕਿ ਮਨ ਨਹੀਂ ਮਰਿਆ। ਮਨ ਮਰਦਾ ਸ਼ਬਦ ਨਾਲ। ਜਦ ਮਨ ਨਹੀਂ ਮਰਿਆ ਤੇ ਵਿਕਾਰ ਨਹੀਂ ਮਰੇ। ਅੱਜ ਜਦੋਂ ਹਵਾ ਚੱਲਦੀ ਹੈ, ਹਨੇਰੀ ਚੱਲਦੀ ਹੈ, ਫਿਰ ਕੀ ਹੁੰਦਾ ਹੈ? ਆਹ ਦਰਖਤ ਬਨਸਪਤੀ ਹਿਲਦੀ ਹੈ ਨਾ, ਆਪਾਂ ਦੇਖਦੇ ਹਾਂ ਜਦੋਂ ਹਵਾ ਚੱਲਦੀ ਹੈ। ਇਸੇ ਤਰ੍ਹਾਂ ਜਦੋਂ ਵਿਕਾਰਾਂ ਦੀ ਹਵਾ ਹਨੇਰੀ ਚੱਲਦੀ ਅੰਦਰ, ਤੇ ਫਿਰ ਮਨ ਡੋਲਦਾ ਹੈ ਪਿਆਰਾ, ਮਨ ਡੋਲ ਜਾਂਦਾ। ਮਨ ਕਿਸੇ ਵਿਰਲੇ ਦੇ ਵਸ ਹੈ, ਤੇ ਜੇ ਕੋਈ ਕਹੇ ਮੈਂ ਮਨ ਨੂੰ ਵਸ ਕਰ ਲਿਆ, ਵੱਡੀ ਭੁੱਲ ਹੈ। ਮੇਰੇ ਸਾਹਿਬ ਕਹਿੰਦੇ, ਮਨ ਵਸ ਆਵੈ ਨਾਨਕਾ, ਜੇ ਪੂਰਨ ਕਿਰਪਾ ਹੋਏ। ਪਿਆਰੇ, ਗੁਰੂ ਦੀ ਕਿਰਪਾ ਨਾਲ ਮਨ ਵਸ ਆਉਂਦਾ ਹੈ। ਰਿੱਧੀਆਂ ਸਿੱਧੀਆਂ ਆ ਗਈਆਂ, ਮਨ ਮਰਿਆ ਨਹੀਂ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਮਰੇ ਨਹੀਂ। ਸਮੇਂ ਸਮੇਂ ਜਦ ਸਮਾਂ ਐਸਾ ਆਇਆ,
ਵੱਡੇ ਵੱਡੇ ਜੋਗੀਆਂ ਦੀ ਬਾਜੀ ਲਵਾ ਦਿੱਤੀ। ਗੋਰਖ ਦਾ ਗੁਰੂ ਗੋਰਖਨਾਥ ਦਾ ਮਛਿੰਦਰ ਨਾਥ ਸੀ ਤੇ ਰਾਜਾ ਅਮਰੂ ਇਹਦਾ ਸੇਵਕ ਸੀ। ਜਦੋਂ ਰਾਜਾ ਅਮਰੂ ਚੜ੍ਹਾਈ ਕਰ ਗਿਆ ਲੰਕਾ ਦਾ ਤੇ ਆਪਣੇ ਸਰੀਰ ਨੂੰ ਕੰਦਰਾਂ ਵਿੱਚ ਰੱਖ ਕੇ ਆਪਣੀ ਰੂਹ ਰਾਜੇ ਅਮਰੂ ਦੇ ਸਰੀਰ ਵਿੱਚ ਪਾ ਲਈ। 14 ਸਾਲ ਉਹਨਾਂ ਰਾਣੀਆਂ ਵਿੱਚ ਉਸ ਰਾਜ ਵਿੱਚ ਰਿਹਾ, ਵਾਸ਼ਨਾ ਨਹੀਂ ਮਰੀ। ਕਿਸੇ ਦੀ ਬਾਜੀ ਕਾਮ ਨੇ ਲਵਾ ਦਿੱਤੀ, ਕਿਸੇ ਦੀ ਕ੍ਰੋਧ ਨੇ। ਅੱਜ ਜਿੰਨੇ ਕਸ਼ਟ ਜੋ ਸਾਧਨ ਹੈ, ਉੱਥੇ ਪਿਆਰੇ ਦੁੱਖ ਪੁਰਾਤਨ ਇਤਿਹਾਸ ਪੜ੍ਹ ਕੇ ਵੀ ਕ੍ਰੋਧ ਕਿਵੇਂ ਉੱਥੇ ਛੱਟ ਕੇ ਵਰ ਘੱਟ ਸ਼ਰਾਬ ਜ਼ਿਆਦਾ ਨੇ। ਕਿਤੇ ਲੋਭ ਹੈ, ਕਿਤੇ ਮੋਹ ਹੈ, ਕਿਤੇ ਹੰਕਾਰ ਹੈ। ਇਹ ਮਰੇ ਨਹੀਂ, ਕਿਉਂਕਿ ਵਾਸ਼ਨਾ ਨਹੀਂ ਮਰੀ, ਮਨ ਨਹੀਂ ਮਰਿਆ। ਤੇ ਉਸ ਵੇਲੇ ਸਾਧੂਆਂ ਦਾ ਵੀ ਇਹ ਹਾਲ ਹੋ ਗਿਆ, ਸੱਚ ਦਾ ਮਾਰਗ ਛੱਡ ਕੇ, ਰੱਬ ਨੂੰ ਛੱਡ ਕੇ ਆਪ ਹੀ ਰੱਬ ਬਣ ਬੈਠੇ। ਇਹ ਵੱਡੀ ਜਿਹੜੀ ਕਮਜ਼ੋਰੀ ਸੀ ਉਹਨਾਂ ਦੇ ਅੰਦਰ ਵੀ ਆ ਗਏ। ਇਸਤਰੀ ਜਾਤੀ ਦਾ ਨਿਰਾਦਰ ਹੋ ਰਿਹਾ ਸੀ। 4 ਵਰਨ ਹਨ, ਬ੍ਰਾਹਮਣ ਹੈ, ਛਤਰੀ ਹੈ, ਵੈਸ਼ ਹੈ, ਸ਼ੂਦਰ ਹੈ। ਇਹ ਕਿਸੇ ਸਮੇਂ ਅੱਡ ਅੱਡ ਡਿਊਟੀਆਂ ਸਨ। ਬ੍ਰਾਹਮਣ ਦੀ ਡਿਊਟੀ ਸੀ ਆਤਮ ਚਿੰਤਨ ਕਰਨਾ, ਬ੍ਰਹਮ ਦੀ ਖੋਜ ਕਰਨੀ। ਛਤਰੀ ਦੀ ਡਿਊਟੀ ਸੀ ਕਿ ਉਹ ਦੇਸ਼ ਵਾਸਤੇ, ਦੇਸ਼ ਦੀ ਰੱਖਿਆ ਵਾਸਤੇ ਆਪਣਾ ਆਪ ਨਿਸ਼ਾਵਰ ਕਰੇ। ਵੈਸ਼ ਦੀ ਡਿਊਟੀ ਸੀ ਉਹ ਕਿਰਤ ਕਰੇ, ਸ਼ੂਦਰ ਦੀ ਡਿਊਟੀ ਸੀ ਉਹ ਸੇਵਾ ਕਰੇ। ਜਿਉਂ-ਜਿਉਂ ਸਮਾਂ ਆਪਣੀ ਚਾਲ ਚੱਲਦਾ ਗਿਆ, ਊਚ ਨੀਚ ਦਾ ਇੰਨਾ ਭੇਦ ਹੋ ਗਿਆ, ਇੱਕ ਦੂਸਰੇ ਦੇ ਪਰਛਾਵੇਂ ਤੋਂ ਵੀ ਡਰਨ ਲੱਗ ਪਏ। ਧਰਮ ਸਥਾਨ ਵੀ ਅਲੱਗ-ਅਲੱਗ, ਇੱਥੇ ਆ ਨਹੀਂ ਆ ਸਕਦਾ, ਇੱਥੇ ਆ ਨਹੀਂ ਆ ਸਕਦਾ, ਇੱਥੇ ਆ ਨਹੀਂ ਆ ਸਕਦਾ। ਕਈਆਂ ਨੂੰ ਰੱਬ ਦਾ ਨਾਮ ਜਪਣ ਦਾ ਅਧਿਕਾਰ ਹੀ ਨਹੀਂ, ਖੋਹ ਲਿਆ। ਜੇ ਕੰਨਾਂ ਨਾਲ ਸੁਣੇ ਦੇ ਕੰਨਾਂ ਵਿੱਚ ਸਿੱਕੇ ਢਾਲ ਦਿਓ, ਜ਼ੁਬਾਨ ਨਾਲ ਬੋਲੇ ਦੀ ਜ਼ੁਬਾਨ ਕੱਟ ਦਿਓ। ਇੱਥੋਂ ਤੱਕ ਭਗਤ ਨਾਮਦੇਵ ਜੀ ਨੂੰ ਦਿਉਰੇ ਵਿੱਚੋਂ ਧੱਕੇ ਕਿਉਂ ਪਏ? ਪੰਡਿਆ ਲੋਕੋ, ਇਹ ਪੰਡਿਆ ਮੋਕੋ ਢੇਡ ਕਹਿਤ ਹੈ। ਉਹ ਛੀਪੇ ਸਨ, ਉਹ ਜੁੱਤੀ ਲੈ ਕੇ ਨਹੀਂ ਸੀ ਗਈ, ਨੇ ਜਾਣ ਨਹੀਂ ਸੀ ਦਿਉਰੇ ਜੁੱਤੀ ਲੈ ਕੇ ਚਲੇ ਜਾਂਦੇ। ਧੱਕੇ ਮਾਰੇ, ਉਹ ਛੀਪਾ ਸਾਡੇ 'ਚ ਕਿਵੇਂ ਆ ਕੇ ਬਹਿ ਗਿਆ? ਦੇਖੋ, ਆ ਰੱਬ ਦੇ ਭਗਤ, ਨਾਲੇ ਰੱਬ ਦੇ ਭਗਤ ਹੋਣ ਨਾਲ ਇਹ ਕਹਣਾ, ਜਿੰਨੇ ਅਸੀਂ ਬੈਠੇ ਸੁਣਨੇ ਆ, ਅਸੀਂ ਕਹਾਂਗੇ ਉਹਨਾਂ ਨੇ ਬਹੁਤ ਮਾੜਾ ਕੀਤਾ, ਨਾਮਦੇਵ ਨੂੰ ਧੱਕੇ ਮਾਰੇ। ਕੋਈ ਕਹੇਗਾ ਕਿ ਚੰਗਾ ਕੀਤਾ, ਸਾਰੇ ਕਹਾਂਗੇ, ਪਰ ਆਪਾਂ ਵੀ ਬੜੇ ਧੱਕੇ ਮਾਰ ਰਹੇ ਹਾਂ। ਅੱਜ ਜਾਤਾਂ ਦੇ ਨਾਮ ਤੇ ਗੁਰਦੁਆਰਾ ਸਾਹਿਬ ਬਣ ਰਹੇ ਨੇ, ਧਿਆਨ ਦੇਣਾ। ਸਾਡਾ ਉਹਨਾਂ ਨਾਲੋਂ ਹਾਲ ਹੋਰ ਮਾੜਾ ਹੋ ਰਿਹਾ, ਜਿਨ੍ਹਾਂ ਨੇ ਨਾਮਦੇਵ ਨੂੰ ਧੱਕੇ ਮਾਰੇ ਸੀ। ਗੁਰਦੁਆਰਾ ਸਾਹਿਬ ਕਾਹਦੇ ਵਾਸਤੇ ਬਣਦੇ ਹੈ? ਸੰਗਤ ਤੇ ਪੰਗਤ। ਭਾਈ ਸੰਗਤ ਵਿੱਚ ਬੈਠ ਕੇ ਇਕੱਠੇ ਉਸ ਮਾਲਕ ਦੀ ਜਾਤ ਵਿੱਚ ਜੁੜੋ। ਮੇਰੇ ਗੁਰੂ ਨਾਨਕ ਸਾਹਿਬ ਜਿੱਥੇ ਗਏ ਧਰਮਸ਼ਾਲਾ ਬਣਾਈਆਂ, ਪੰਗਤ ਵਿੱਚ ਬੈਠ ਕੇ ਇਕੱਠੇ, ਸਭ ਭੇਦ ਭਾਦ ਖਤਮ ਕਰੋ। ਪਰ ਜਦੋਂ ਅਸੀਂ ਗੁਰਦੁਆਰਾ ਬਣਾ ਦਿੱਤਾ, ਕਿਹੜਾ ਗੁਰਦੁਆਰਾ ਹੈ? ਇਹ ਜੱਟਾਂ ਦਾ ਗੁਰਦੁਆਰਾ ਹੈ। ਹੁਣ ਦੂਜੇ ਕਿਵੇਂ ਜਾਣਗੇ ਉੱਥੇ? ਭਾਈ ਆਹ ਸੈਣੀਆਂ ਦਾ ਗੁਰਦੁਆਰਾ ਹੈ, ਆਹ ਰਵਿਦਾਸੀਆਂ ਦਾ ਗੁਰਦੁਆਰਾ ਹੈ। ਆਹ ਸਾਡਾ ਹਾਲ ਹੈ। ਮੇਰੇ ਸਾਹਿਬ ਨੇ ਜਿਸ ਜਿਲਣ ਵਿੱਚੋਂ ਸਾਨੂੰ ਕੱਢਿਆ ਸੀ, ਅਸੀਂ ਦਿਖਾ ਰਹੇ ਹਾਂ ਵੀ ਸੱਚੇ ਪਾਤਸ਼ਾਹ ਆਹ ਆਇਆ ਸੀ ਸਿੱਖ, ਤੇ ਆਹ ਆਇਆ ਸੀ ਬਚਨ ਕਮਾਏ, ਆਹ ਅਸੀਂ ਊਚ ਨੀਚ ਦਾ ਭੇਦਭਾਵ ਮਿਟਾ ਦਿੱਤਾ। ਤੁਸੀਂ ਤੇ ਕਿਹਾ ਸੀ ਵੀ ਜਾਤ ਪਾਤ ਇੱਕ ਪਾਸੇ ਕਰੋ, ਅੱਗੇ ਜਾਤ ਨਾ ਜ਼ੋਰ ਹੈ, ਅੱਗੇ ਜਿਉ ਨਵੇਂ। ਪਰ ਅਸੀਂ ਤੇ ਤੇਰੇ ਨਾਂ ਦੇ ਗੁਰਦੁਆਰੇ ਵੀ ਜਾਤਾਂ ਦੇ ਨਾਂ 'ਤੇ ਬਣਾ ਦਿੱਤੇ ਹੈ। ਆਹ ਸਾਡਾ ਹਾਲ ਹੈ। ਬੜੀਆਂ ਬੇਨਤੀਆਂ ਹੁੰਦੀਆਂ,
ਪਰ ਪਿਆਰਿਓ, ਉਹ ਆਮ ਇੱਕ ਅਖਾਣ ਹੈ, ਪੰਚਾਂ ਦਾ ਕਿਆ ਸਿਰ ਮੱਥੇ, ਬਰਨਾਲਾ ਉੱਥੇ ਦਾ ਉੱਥੇ ਹੀ ਹੈ। ਇਹ ਨਹੀਂ ਗੱਲ ਸਾਡੇ ਚੋਂ ਜਾ ਰਹੀ ਊਚ ਨੀਚ ਵਾਲੀ। ਅੰਮ੍ਰਿਤ ਛਕਣ ਤੱਕ ਅਸੀਂ ਪਿਆਰਿਓ ਉਸ ਵੇਲੇ ਇਕੱਠੇ ਹਾਂ, ਉਸ ਤੋਂ ਬਾਅਦ ਫਿਰ ਉਹੀ ਹਾਲ ਸਾਡਾ ਇੱਥੇ ਹੀ ਬਸ ਨਹੀਂ। ਅੱਜ ਵੀ ਕਈ ਐਸੀਆਂ ਮਿਸਾਲਾਂ ਹਨ, ਮੈਂ ਨਾਂ ਲੈਣੇ, ਜਿੱਥੇ ਅੰਮ੍ਰਿਤ ਵੀ ਅੱਡ ਅੱਡ ਛਕਾਇਆ ਜਾਂਦਾ ਪਿਆਰਿਓ। ਵੀ ਇੱਥੇ ਜਿਹੜਾ ਦੂਸਰਾ ਹੈ ਉਹਨੂੰ ਨਾਲ ਨਹੀਂ ਅੰਮ੍ਰਿਤ ਛਕਾਉਣਾ। ਆਹ ਹਾਲ ਸਾਡਾ। ਇੱਕ ਨਾਮ ਦੇ ਨੂੰ ਧੱਕੇ ਵੱਜੇ, ਅਸੀਂ ਕਿੰਨਿਆਂ ਨੂੰ ਮਾਰ ਰਹੇ ਹਾਂ। ਇਹਨਾਂ ਜਾਤਾਂ ਗੋਤਾਂ ਦੇ ਨਾਮ ਤੇ ਗੁਰਦੁਆਰਾ ਸਾਹਿਬ ਨਹੀਂ ਹੋਣੇ ਚਾਹੀਦੇ। ਗੁਰੂ ਮਹਾਰਾਜ ਨੇ ਤੇ ਸਾਡੇ ਤੇ ਕਿਰਪਾ ਕੀਤੀ ਹੈ। ਉਸ ਵੇਲੇ ਸੰਸਾਰ ਦੀ ਇਹ ਹਾਲਤ ਸੀ ਤੇ ਅੱਜ ਸਾਡੀ ਆਪਣੀ ਕੀ ਹੈ ਪਿਆਰਿਓ। ਦੂਸਰੇ ਮਤਾਂ ਨੂੰ ਕਹਿਣ ਦੀ ਬਜਾਏ ਕਿ ਅਸੀਂ ਪ੍ਰਚਾਰ ਸੰਸਾਰ ਤੇ ਕਰੀਏ, ਤੇ ਸੰਸਾਰ ਦੀ ਗੱਲ ਤੇ ਬਾਅਦ 'ਚ ਆਪਣੇ ਪਰਿਵਾਰ ਨੂੰ ਦੇਖੀਏ। ਪਰਿਵਾਰ ਦਾ ਮਤਲਬ ਆਪਣੇ ਸਿੱਖਾਂ ਨੂੰ ਦੇਖੀਏ, ਜਿਹੜੇ ਅਸੀਂ ਗੁਰੂ ਕੇ ਸਿੱਖ ਖਾਉਣ ਵਾਲੇ ਹਾਂ। ਪਹਿਲਾਂ ਆਪ ਤੇ ਇਕੱਠੇ ਹੋ ਜਾਈਏ, ਆਪ ਤਾਂ ਇੱਕ ਹੋ ਜਾਈਏ ਪਿਆਰਿਓ। ਸਾਡੇ ਵਿੱਚੋਂ ਤਾਂ ਊਚ ਨੀਚ ਦਾ ਸਵਾਲ ਖਤਮ ਹੋਵੇ ਨਾ। ਆਪਾਂ ਜਦੋਂ ਸਾਰੇ ਹੀ, ਮੈਂ ਵੀ ਵਿੱਚ ਹਾਂ, ਤੁਸੀਂ ਵੀ ਹੋ, ਸਾਰੇ ਹੀ ਆਪਾਂ ਕੀ ਕਹਿੰਦੇ ਹਾਂ, ਆਹ ਕੌਣ ਹੈ, ਆਹ ਜੱਟ ਸਿੱਖ ਹੈ, ਆਹ ਕੌਣ ਹੈ, ਇਹ ਮਜ਼੍ਹਬੀ ਸਿੱਖ ਹੈ, ਆਹ ਕੌਣ ਹੈ, ਅਰਦਾਸੀਆ ਸਿੱਖ ਹੈ। ਸਿੱਖ ਦੇ ਨਾਲ ਜਾਂ ਸਿੰਘ ਦੇ ਨਾਲ ਜੱਟ, ਸੈਣੀ, ਰਵਿਦਾਸੀਆ ਜਾਂ ਹੋਰ ਇਹ ਲੱਗਦੇ ਹੀ ਨਹੀਂ ਪਿਆਰਿਓ। ਪਰ ਅਸੀਂ ਨਹੀਂ ਮੰਨਣਾ, ਨਹੀਂ ਮੰਨਦੇ। ਅਸੀਂ ਸੁਣਦੇ ਜ਼ਰੂਰ ਹਾਂ ਪਰ ਨਹੀਂ ਮੰਨਦੇ। ਸਾਡਾ ਸੁਭਾਅ ਹੈ ਨਾ ਮਾਨੂ ਵਾਲਾ, ਬਸ ਜੋ ਮਰਜ਼ੀ ਹੋ ਜਾਵੇ, ਅਸੀਂ ਨਾ ਮਾਨੂ ਬਣੇ ਹੋਏ ਹਾਂ। ਦੂਸਰਿਆਂ ਤੇ ਉਂਗਲਾਂ ਚੁੱਕਣੀਆਂ ਸੌਖੀਆਂ। ਗੁਰੂ ਗ੍ਰੰਥ ਸਾਹਿਬ ਨੂੰ ਬੇਨਤੀ ਕਰੀਏ, ਜਦੋਂ ਅਸੀਂ ਕਹਿੰਦੇ ਹਾਂ ਨਾ, ਅਸੀਂ ਹੋਰਨਾਂ ਨੂੰ ਸਮਝਾਈਏ, ਇਹ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਅਸੀਂ ਦੂਰ ਤੱਕ ਫੈਲਾਈਏ ਵੀ ਆਹ ਸਿੱਖੀ ਹੈ। ਤੇ ਮੇਰੇ ਸਤਿਗੁਰੂ ਕਹਿੰਦੇ ਪਹਿਲਾਂ ਆਪਣੇ ਆਪ ਨੂੰ ਸਵਾਰ ਲਓ। ਪਹਿਲਾਂ ਆਪ ਸਵਾਰੈ ਮੈਂ ਮਿਲਾਂ, ਮੈਂ ਮਿਲਿਆ ਸੋਏ। ਪਹਿਲਾਂ ਆਪਣੇ ਆਪ ਨੂੰ ਤੇ ਸਵਾਰ ਲਈਏ ਪਿਆਰਿਓ, ਫਿਰ ਤੁਹਾਨੂੰ ਲੋੜ ਨਹੀਂ ਪਏਗੀ, ਤੁਹਾਡਾ ਜੀਵਨ ਹੀ ਪ੍ਰਚਾਰ ਬਣ ਜਾਏਗਾ। ਗੁਰੂ ਨਾਨਕ ਸਾਹਿਬ ਦੇ ਸਿੱਖ ਦੁਨੀਆ ਦੇ ਕੋਨੇ-ਕੋਨੇ ਵਿੱਚ ਨੇ, ਜਿਨ੍ਹਾਂ ਦਾ ਜੀਵਨ ਹੈ ਆਪਣੇ ਆਪ ਹੀ ਪ੍ਰਚਾਰ ਹੋ ਰਿਹਾ ਹੈ। ਆ ਗੁਰੂ ਕਾ ਸਿੱਖ ਹੈ, ਸਹੀ ਡਿਊਟੀ ਦਿੰਦਾ ਹੈ, ਇਹ ਸਹੀ ਹੈ, ਇਹਦਾ ਜੀਵਨ ਸਹੀ ਹੈ। ਉਹ ਤੋਂ ਦੇਖ ਕੇ ਦੂਸਰੇ ਪਿਆਰੇ ਜੁੜ ਜਾਂਦੇ। ਜੀਵਨ ਹੀ ਪ੍ਰਚਾਰ ਹੈ। ਮਹਾਂਪੁਰਸ਼ਾਂ ਦਾ ਬਚਨ ਹੈ, ਜੀਵਨ ਸਟੇਜ ਤੇ ਬੋਲਿਆਂ ਪ੍ਰਚਾਰ ਨਹੀਂ ਹੁੰਦਾ, ਪ੍ਰਚਾਰ ਜੀਵਨ ਹੈ। ਅੱਜ ਅਸੀਂ ਕਹਿੰਦੇ ਪ੍ਰਚਾਰ ਦਾ ਘਾਟਾ ਹੈ, ਪ੍ਰਚਾਰ ਦਾ ਘਾਟਾ ਹੈ। ਪ੍ਰਚਾਰ ਦਾ ਘਾਟਾ ਨਹੀਂ, ਦੋ ਚੀਜ਼ਾਂ ਦਾ ਘਾਟਾ ਹੈ। ਇੱਕ ਮੰਨਣ ਵਾਲਿਆਂ ਦਾ ਘਾਟਾ ਹੈ ਤੇ ਇੱਕ ਜੀਵਨ ਵਾਲੇ ਪ੍ਰਚਾਰਕਾਂ ਦਾ ਘਾਟਾ ਹੈ। ਦੋ ਚੀਜ਼ਾਂ ਦਾ ਘਾਟਾ ਹੈ ਪਿਆਰੇ। ਥੋੜ੍ਹਾ ਪਿੱਛੇ ਚਲੇ ਜਾਓ, 50-60 ਸਾਲ ਦੀ ਉਮਰ, ਦਾਸ ਦੀ ਛੋਟੀ ਉਮਰ ਸੀ, ਉਸ ਵੇਲੇ ਦੇਖਿਆ, ਉਸ ਵੇਲੇ ਇੰਨੇ ਕੀਰਤਨ ਦਰਬਾਰ ਨਹੀਂ ਸੀ ਮਿਲਦੇ, ਇੰਨੇ ਦੀਵਾਨ ਸੁਣਨ ਨਹੀਂ ਸੀ ਮਿਲਦੇ। ਕਿਤੇ ਹੀ ਦੀਵਾਨ ਹੁੰਦਾ, ਪਰ ਪਿਆਰਿਓ ਜਿਹੜਾ ਇੱਕ ਵਾਰੀ ਸੁਣ ਲੈਂਦਾ ਸੀ ਨਾ, ਉਹ ਮੰਨ ਜਾਂਦਾ ਸੀ ਬਸ। ਤੇ ਹੁਣ ਜਿਹੜਾ ਹੈ ਟੈਲੀਵਿਜ਼ਨ ਤੇ ਮੋਬਾਇਲਾਂ ਤੇ ਵੈਸੇ ਵੀ ਤੁਸੀਂ ਦੇਖੋ ਬਹੁਤ ਪ੍ਰਚਾਰ ਹੋ ਰਿਹਾ, ਪਰ ਸਭ ਕੁਛ ਹੁੰਦਿਆਂ ਹੋਇਆਂ ਹਾਲ ਕੀ ਹੈ ਸਾਡਾ। ਜਪਜੀ ਸਾਹਿਬ ਨਿੱਤ ਪੜ੍ਹਦੇ ਹਾਂ, ਸੁਣਦੇ ਹਾਂ,
ਪਰ ਸੁਣਿਆ ਮੰਨਿਆ ਮਨ ਕੀਤਾ ਭਾਵੇ ਬਚਨ ਸਾਡੇ ਅੰਦਰ ਵਸਿਆ ਕਿ ਨਹੀਂ ਵਸਿਆ। ਸੁਣ ਕੇ ਮੰਨਣਾ ਹੈ, ਮੰਨ ਕੇ ਕਮਾਉਣਾ ਹੈ, ਸੁਣਨਾ ਮੰਨਣਾ ਨਿਧਿਆਸਨ ਕਰਨਾ ਫਿਰ ਸਾਖਸ਼ਾਤ। ਇਸ ਕਰਕੇ ਮੇਰੇ ਸਾਹਿਬ ਜਿਨ੍ਹਾਂ ਦੇ ਪਿਤਰ ਦਿਹਾੜੇ ਮਨਾ ਰਹੇ ਹਾਂ ਤੇ ਅਸੀਂ ਉਹਨਾਂ ਦੇ ਉਪਦੇਸ਼ ਨੂੰ ਹਿਰਦੇ ਵਿੱਚ ਵਸਾਈਏ। ਉੱਚਾ ਕੌਣ ਹੈ, ਨੀਚ ਕੌਣ ਹੈ? ਨੀਚ ਉਹ ਹੈ ਜਿਹੜਾ ਮਾੜੇ ਕਰਮ ਕਰਦਾ ਹੈ, ਉਹ ਭਾਵੇਂ ਕਿਸੇ ਜਾਤ ਦਾ ਕਿਸੇ ਗੋਤ ਦਾ ਹੈ, ਉਹ ਨੀਚ ਹੈ। ਤੇ ਪਿਆਰਿਓ, ਜਿਹਦਾ ਹਿਰਦਾ ਸ਼ੁੱਧ ਹੈ ਉਹ ਨੀਚ ਨਹੀਂ। ਮੇਰੇ ਸਾਹਿਬ ਕਹਿੰਦੇ ਨੇ, ਰਾਜਾ ਸਗਲੇ ਸਿਸ਼ਟ ਕਾ ਹਰ ਨਾਮ ਮਨ ਭਿੰਨਾ, ਪੰਡਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਈ। ਕਿਤੇ ਐਸਾ ਨਹੀਂ, ਅਸੀਂ ਕੁਦਰਤੀ ਸਾਡੇ ਸੁਭਾਅ ਐਸੇ ਹੋ ਰਹੇ ਨੇ ਕਿ ਅਸਰ ਸਾਡੇ 'ਤੇ ਘੱਟ ਬਹੁਤ ਹੋ ਰਿਹਾ। ਸੁਣ ਅਸੀਂ ਬਹੁਤ ਕੁਛ ਰਹੇ ਹਾਂ ਤੇ ਇਹ ਹਾਲਤ ਸਾਡੀ ਐਸੀ ਹੋ ਰਹੀ ਹੈ ਸਾਧ ਸੰਗਤ। ਜਿਵੇਂ ਜਿਉਂ ਜ਼ਿਆਦਾ ਸੁਣਦੇ ਹਾਂ ਤੇ ਫਿਰ ਅਸਰ ਹੀ ਘਟਦਾ ਜਾਂਦਾ ਹੈ, ਅਸਰ ਘਟਦਾ ਜਾਂਦਾ ਨਹੀਂ। ਸੁਣੀਏ ਤੇ ਸੁਣ ਕੇ ਅਸੀਂ ਮੰਨੀਏ। ਮੈਂ ਬੇਨਤੀ ਕਰ ਰਿਹਾ ਸੀ, 4 ਵਰਨਾਂ ਵਿੱਚ ਮਨੁੱਖ ਵੰਡਿਆ ਗਿਆ ਤੇ ਹਾਲਤ ਕੀ ਹੋ ਗਈ? ਊਚ ਨੀਚ ਦਾ ਭੇਦ ਭਾਵ ਵੱਧ ਗਿਆ। ਤੇ ਅੱਜ ਵੀ ਇਹ ਹਾਲ ਹੋ ਰਿਹਾ ਹੈ। ਮਹਾਂਪੁਰਸ਼ਾਂ ਦਾ ਬਚਨ ਹੈ, ਕਹਿੰਦੇ ਇੱਕ ਇੰਗਲਿਸ਼ ਦਾ ਵਰਡ ਹੈ ਇਮਿਊਨ, ਭਾਵ ਅਸਰ ਨਾ ਹੋਣਾ। ਰੁਦਰਪੁਰ ਉੱਤਰਾਖੰਡ 'ਚ ਆ ਗਿਆ, ਪਹਿਲਾਂ ਯੂਪੀ ਸੀ। ਬਹੁਤ ਦੇਰ ਦੀ ਗੱਲ ਹੈ। ਇੱਕ ਫਾਰਮਰ ਗਿਆ, ਲਾਲਾ ਜੀ ਸੁਸਰੀ ਦੀ ਦਵਾਈ ਦੇ ਦਿਓ, ਕਿਉਂਕਿ ਜ਼ਿਆਦਾ ਦਵਾਈ ਚਾਹੀਦੀ ਹੈ। ਉਹਨਾਂ ਕਿਹਾ ਸਟੋਰ 'ਚੋਂ ਤੁਹਾਨੂੰ ਦੇ ਦਿੰਦੇ ਹਾਂ, ਕਈ ਕੱਟੇ ਤੁਸੀਂ ਲੈ ਕੇ ਜਾਣੇ ਆ। ਜਿਸ ਵੇਲੇ ਉੱਥੇ ਗਏ ਤੇ ਉਹ ਸਟੋਰ ਭਰਿਆ ਸੀ, ਦਵਾਈ ਉਹਦੇ ਵਿੱਚ ਹੈ, ਬੜੇ ਢੇਰ ਲੱਗੇ ਹੈ, ਪਰ ਉਹਨਾਂ ਵਿੱਚੋਂ ਕੱਟਿਆਂ ਦੇ ਵਿੱਚੋਂ ਬੋਰੀਆਂ ਵਿੱਚੋਂ ਦਵਾਈ ਡਿੱਗ ਡਿੱਗ ਕੇ ਥੱਲੇ ਸਾਰੇ ਖਿਲਰੀ ਹੋਈ ਹੈ ਤੇ ਉਹਦੇ ਉੱਤੇ ਸੁਸਰੀ ਤੁਰੀ ਫਿਰਦੀ ਹੈ। ਸਰਦਾਰ ਜੀ ਕਹਿੰਦੇ, ਲਾਲਾ ਜੀ ਮੈਂ ਨਹੀਂ ਦਵਾਈ ਲੈਣੀ। ਕਹਿੰਦੇ ਕਿਉਂ? ਕਹਿੰਦੇ ਸੁਸਰੀ ਵਾਸਤੇ ਦਵਾਈ ਲੈਣੀ, ਸੁਸਰੀ ਦੇ ਇੱਥੇ ਤੁਰੀ ਫਿਰਦੀ ਹੈ, ਤੁਹਾਡੀ ਦਵਾਈ ਨਕਲੀ ਹੈ। ਲਾਲਾ ਜੀ ਕਹਿੰਦੇ ਨਹੀਂ ਸਰਦਾਰ ਜੀ ਮੇਰੀ ਦਵਾਈ ਅਸਲੀ ਹੈ। ਕਹਿੰਦੇ ਨਹੀਂ ਨਕਲੀ ਹੈ, ਅਸਲੀ ਹੁੰਦੀ ਆ ਸੁਸਰੀ ਉੱਤੇ ਕਿਉਂ ਤੁਰੀ ਫਿਰਦੀ? ਲਾਲਾ ਜੀ ਕਹਿੰਦੇ ਸਰਦਾਰ ਜੀ ਮੈਂ ਗਰੰਟੀ ਦੇਣਾ ਤੁਸੀਂ ਦਵਾਈ ਲੈ ਜਾਓ, ਤੁਹਾਡੇ ਘਰ ਦੀ ਕਣਕ ਦੀ ਸੁਸਰੀ ਮਰ ਜਾਏਗੀ। ਕਹਿੰਦੇ ਕਿਵੇਂ? ਕਿਵੇਂ ਮਰੇਗੀ? ਕਹਿੰਦੇ ਤੁਸੀਂ ਐਸ ਸੁਸਰੀ ਵੱਲ ਨਾ ਦੇਖੋ, ਇਹ ਤੇ ਜਿਵੇਂ ਹੋਟਲਾਂ ਦੇ ਅਮਲੀ ਨੇ ਨਾ, ਇਹਨੂੰ ਇਸ ਸੁਸਰੀ ਨੂੰ ਦਵਾਈ ਦਾ ਅਸਰ ਖਤਮ ਹੋ ਗਿਆ ਤੇ ਤੁਹਾਡੀ ਸੁਸਰੀ ਜਿਹੜੀ ਹੈ ਨਾ ਉਹ ਮਰ ਜਾਏਗੀ। ਸਾਡਾ ਵੀ ਆਹ ਹਾਲ ਹੋ ਰਿਹਾ। ਇਮਿਊਨ ਸ਼ਬਦ ਮਹਾਂਪੁਰਸ਼ ਕਿਆ ਕਰਦੇ ਭਾਈ। ਬਹੁਤ ਕੁਝ ਸੁਣ ਕੇ ਕਈ ਵਾਰ ਬੰਦਾ ਹੋਰ ਪਾਸੇ ਨੂੰ ਚੱਲਦਾ, ਅਸਲੀ ਗੱਲ ਸਮਝਦਾ ਨਹੀਂ। ਆਹ ਹਾਲ ਹੈ ਅੱਜ ਵੀ। ਖੈਰ ਧਿਆਨ ਦਿਓ, 4 ਵਰਨਾਂ ਵਿੱਚ ਮਨੁੱਖ ਵੰਡਿਆ ਗਿਆ। ਹਾਹਾਕਾਰ ਮਚ ਗਈ ਸੰਸਾਰ ਦੇ ਅੰਦਰ। ਇਹ ਸੰਸਾਰ ਗਿਆਨ ਤੋਂ ਵਿਹੂਣਾ ਹੋ ਗਿਆ ਤੇ ਜਦੋਂ ਗਿਆਨ ਤੋਂ ਵਿਹੂਣਾ ਹੋ ਗਿਆ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਕੀ ਹਾਲ ਹੈ ਫਿਰ? ਕੋਈ ਪੂਰਾ ਮਿਲ ਨਹੀਂ ਰਿਹਾ, ਅੰਧਕਾਰ ਛਾ ਗਿਆ, ਧਰਮ ਦੇ ਚਾਰੇ ਪੈਰ ਖਤਮ ਹੋ ਗਏ, ਇਸਦੀ ਜਾਤੀ ਦਾ ਨਰਾਦਰ ਹੋ ਰਿਹਾ, ਜ਼ੁਲਮ ਹੋ ਰਿਹਾ। ਮਨੁੱਖ ਛੂਤ ਛਾਤ ਵਿੱਚ ਵੰਡਿਆ ਗਿਆ, 4 ਵਰਨਾਂ ਵਿੱਚ ਵੰਡਿਆ ਗਿਆ। ਉਸ ਵੇਲੇ ਜਿਹੜਾ ਧਰਮ ਦਾ ਧੌਲ ਹੈ ਨਾ ਉਹ ਕੁਰਲਾਇਆ, ਕਿਉਂਕਿ ਧਰਤੀ ਖੜੀ ਹੈ ਧਰਮ ਦੇ ਸਹਾਰੇ। ਦਸਮ ਪਾਤਸ਼ਾਹ ਨੇ ਇੱਕ ਵਾਰ ਬਚਨ ਕੀਤਾ, ਪ੍ਰੇਮੀਓ ਧਰਤੀ ਕਿਸ ਦੇ ਸਹਾਰੇ ਖੜੀ ਹੈ? ਤੇ ਜਿਵੇਂ ਉਹਨਾਂ ਨੇ ਹੋਰਨਾਂ ਪਾਸਿਆਂ ਤੋਂ ਸੁਣਿਆ ਸੀ, ਕਿਸੇ ਨੇ ਕਿਹਾ ਮਾਰੇ ਬੈਲ ਨੇ ਸਿੰਘਾਂ 'ਤੇ ਚੱਕੀ ਹੈ। ਆਮ ਆਪਾਂ ਵੀ ਪਹਿਲਾਂ ਸੁਣਦੇ ਹੀ ਰਹੇ ਹਾਂ, ਜਦੋਂ ਭੁਚਾਲ ਆਉਂਦਾ ਸੀ ਨਾ
ਤੁਸੀਂ ਵੀ ਸੁਣਦੇ ਹੋਗੇ, ਮੈਂ ਵੀ ਸੁਣਦਾ ਰਿਹਾ, ਆਮ ਪਿੰਡਾਂ ਦੇ ਲੋਕ। ਅਤੇ ਉਹ ਕੀ ਕਹਿੰਦੇ ਹੁੰਦੇ ਸੀ, ਕਹਿੰਦੇ ਸੀ ਵੀ ਜਿਹੜਾ ਬਲਦ ਹੈ ਨਾ, ਉਹਦਾ ਜਦੋਂ ਇੱਕ ਪਾਸਾ ਥੱਕ ਜਾਂਦਾ ਅਤੇ ਉਹ ਧਰਤੀ ਨੂੰ ਦੂਸਰੇ ਸਿੰਗ 'ਤੇ ਕਰਦਾ ਅਤੇ ਉਦੋਂ ਭੁਚਾਲ ਆਉਂਦਾ। ਲੈ ਆਹ ਵੇਖੋ, ਮੰਨਣ ਵਾਲੇ ਮੰਨੀ ਜਾਂਦੇ ਸੀਗੇ। ਕਿਸੇ ਨੇ ਕਿਹਾ ਕਿ ਬੈਲ ਨੇ ਚੱਕੀ ਹੈ, ਕਿਸੇ ਨੇ ਕਿਹਾ ਸ਼ੇਸ਼ ਨਾਗ ਨੇ ਚੱਕੀ ਹੈ, ਕਿਸੇ ਨੇ ਕਿਹਾ ਕੱਛੂ ਨੇ ਪਿੱਠ 'ਤੇ ਚੱਕੀ ਹੈ। ਅਤੇ ਮੇਰੇ ਸਾਹਿਬ ਦਸਮ ਪਾਤਸ਼ਾਹ ਕਹਿੰਦੇ ਉਹ ਬੈਲ, ਉਹ ਸ਼ੇਸ਼ ਨਾਗ, ਉਹ ਕੱਛੂ ਉਹ ਧਰਤੀ ਨੂੰ ਚੱਕ ਕੇ ਕਿਹਦੇ 'ਤੇ ਖੜੇ ਨੇ? ਸਾਰੇ ਚੁੱਪ ਕਰ ਗਏ। ਮੇਰੇ ਸਾਹਿਬ ਕਹਿੰਦੇ ਭਾਈ ਉਹਦਾ ਨਾਂ ਹੈ ਧਰਮ। ਧੌਲ ਧਰਮ ਦਿਆ ਕਾ ਪੂਛ ਸੰਤੋਖ ਥਾਪ ਰੱਖਿਆ ਜਿਨ ਸੂਤ। ਧਰਮ ਦੇ ਸਹਾਰੇ ਖੜੀ ਹੈ। ਧਰਮ ਦਾ ਬੈਲ ਕੁਰਲਾਇਆ। ਧਰਤੀ ਨੇ ਪੁਕਾਰ ਕੀਤੀ, ਜੀਵਾਂ ਨੇ ਪੁਕਾਰ ਕੀਤੀ, ਕਿਉਂਕਿ ਇਹ ਜਿਹੜੀ ਧਰਤੀ ਹੈ ਨਾ, ਮੇਰੇ ਸਾਹਿਬ ਕਹਿੰਦੇ ਨੇ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ, ਰਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਵਿਸਰਿਆ ਜਿਨ ਨਾਮ ਤੇ ਭੋਏ ਭਾਰ ਥੇ। ਧਰਤੀ ਨੂੰ ਕਿਸੇ ਚੀਜ਼ ਦਾ ਭਾਰ ਨਹੀਂ। ਜੇ ਭਾਰ ਹੈ ਅਕਿਰਤ ਕਣਾਂ ਦਾ ਨਾਮ ਤੋਂ ਹੀਣਿਆਂ ਦਾ ਭਾਰ ਹੈ। ਤੇ ਭਾਈ ਸਾਹਿਬ ਕਹਿੰਦੇ ਨੇ ਨਾ ਤਿਸ ਭਾਰੇ ਪਰਬਤਾਂ ਅਸਮਾਨ ਖਾਂਦੇ, ਨਾ ਤਿਸ ਭਾਰੇ ਕੋਟ ਗੜ ਘਰ ਬਾਹਰ ਦਸੰਦੇ। ਧਰਤੀ ਨੂੰ ਪਰਬਤਾਂ ਦਾ ਕੋਈ ਭਾਰ ਨਹੀਂ, ਕਿਲਿਆਂ ਦਾ ਬਿਲਡਿੰਗਾਂ ਦਾ ਕੋਈ ਭਾਰ ਨਹੀਂ। ਨਾ ਤਿਸ ਭਾਰੇ ਸਾਇਰਾਂ ਨਦ ਵਾਹ ਵਹਾਉਂਦੇ, ਨਦੀਆਂ ਨਾਲਿਆਂ ਦਾ ਦਰਿਆਵਾਂ ਦਾ ਸਮੁੰਦਰ ਦਾ ਕੋਈ ਭਾਰ ਨਹੀਂ। ਨਾ ਤਿਸ ਭਾਰੇ ਤਰਵਨਾ ਫਲ ਸੁਫਲ ਫਲਾਉਂਦੇ, ਕਿੰਨੀ ਬਨਸਪਤੀ ਹੈ ਬਿਰਛ ਫਲ ਨਾਲ ਲੱਦੇ ਹੋਏ, ਇਹਦਾ ਵੀ ਕੋਈ ਭਾਰ ਨਹੀਂ। ਨਾ ਤਿਸ ਭਾਰੇ ਜੀਵ ਜੰਤ ਅਣਗਿਣਤ ਫਿਰੰਦੇ, ਅਨੇਕ ਜੀਵ ਜੰਤੂ ਧਰਤੀ 'ਤੇ ਫਿਰਦੇ, ਇਹਦਾ ਵੀ ਕੋਈ ਭਾਰ ਨਹੀਂ। ਅਤੇ ਕਾਹਦਾ ਭਾਰ ਹੈ? ਭਾਰੇ ਭੂਈ ਅਕਿਰਤ ਘਣ ਮੰਦੀ ਹੂੰ ਮੰਦੇ। ਕਿਰਤ ਘਣ ਦਾ, ਕਿਰਤ ਘਣ ਕਹਿੰਦੇ ਜਿਹੜਾ ਕੀਤੇ ਹੋਏ ਨੂੰ ਨਾ ਜਾਣੇ ਪਿਆਰਿਓ। ਬੇਨਤੀ ਕਰਾਂ, ਜੇ ਅਸੀਂ ਵੀ ਸਤਿਗੁਰੂ ਦੇ ਪਰਉਪਕਾਰ ਨਾ ਜਾਣੇ, ਅਸੀਂ ਵੀ ਕਲਗੀਆਂ ਵਾਲੇ ਪਾਤਸ਼ਾਹ ਦੀਆਂ ਬਖਸ਼ਾਂ ਨੂੰ ਨਾ ਸਮਝਿਆ, ਅਤੇ ਫਿਰ ਅਸੀਂ ਕੀ ਹਾਂ ਪਿਆਰਿਓ। ਦੂਜੇ ਨੂੰ ਤਾਂ ਅਸੀਂ ਕਿਰਤ ਘਣ ਕਹਿ ਹੀ ਦਿੰਦੇ ਹਾਂ, ਆਪਣੇ 'ਤੇ ਵੀ ਖਿਆਲ ਕਰੀਏ ਪਿਆਰਿਓ। ਕੀ ਕਿਤੇ ਸਾਡੇ ਬਾਰੇ ਵੀ ਤਾਂ ਧਰਤੀ ਨਹੀਂ ਕਹਿ ਰਹੀ? ਕਿਤੇ ਵਿਚਾਰ ਕਰੀਏ। ਅਕਿਰਤ ਘਣ ਕਹਿੰਦੇ ਜਿਹੜਾ ਕੀਤੇ ਹੋਏ ਨੂੰ ਨਾ ਜਾਣੇ। ਵਾਹਿਗੁਰੂ ਜੀ ਨੇ ਸਾਨੂੰ ਮਨੁੱਖ ਜਨਮ ਦਿੱਤਾ, ਆਹ ਸਾਡੀ ਹਾਲਤ। ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਆਪਣੇ ਬਣਾ ਲਿਆ। ਸਾਨੂੰ ਆਪਣੇ ਬਣਾ ਲਿਆ। ਮਹਾਂਪੁਰਸ਼ ਕਿਆ ਕਰਦੇ ਪ੍ਰੇਮੀਓ, ਕਿੰਨੀ ਵੀ ਸੇਵਾ ਕਰੋ, ਨਾਮ ਜਪੋ, ਬਾਣੀ ਪੜ੍ਹੋ, ਪਰਉਪਕਾਰ ਦੇ ਕਾਜ ਕਰੋ, ਅਰਦਾਸ ਕਰੋ, ਹੇ ਵਾਹਿਗੁਰੂ ਮੇਰੇ ਵਰਗੇ ਨੂੰ ਆਪਣਾ ਬਣਾ ਲਿਆ। ਇਹ ਤੇ ਅਨੇਕ ਸੰਸਾਰ ਹੈ। ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮ ਹਰ ਜਾਣੋ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ। ਧੰਨ ਸਤਿਗੁਰੂ। ਰੋਜ਼ ਹੀ ਅਰਦਾਸ ਕਰੀਏ, ਹਰ ਵੇਲੇ ਕਰੀਏ ਪਿਆਰਿਓ, ਕੁਛ ਬਣੀਏ ਨਾ। ਆਹ ਹਾਲਤ ਸਾਡੀ ਹੈ, ਕਿਤੇ ਅਸੀਂ ਵੀ ਕਿਰਤ ਘਣ ਨਾ ਹੋਈਏ। ਭਾਰੇ ਭੂਈ ਅਕਿਰਤ ਘਣ ਮੰਦੀ ਹੂੰ ਮੰਦੇ। ਧਰਤੀ ਨੇ ਪੁਕਾਰ ਕੀਤੀ, ਜੀਵਾਂ ਨੇ ਪੁਕਾਰ ਕੀਤੀ, ਧਰਮ ਦੇ ਧੌਲ ਨੇ ਪੁਕਾਰ ਕੀਤੀ, ਅਤੇ ਉਸ ਪੁਕਾਰ ਨੂੰ ਸੁਣ ਕੇ ਮੇਰੇ ਵਾਹਿਗੁਰੂ ਜੀ ਇਸ ਸੰਸਾਰ 'ਤੇ ਆਪ ਨਰੈਣ ਕਲਾ ਧਾਰ ਜਗ ਮੈਂ ਪਰਵਰਿਓ। ਆਪ ਸਾਹਿਬ ਆਏ। ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ। ਜਿਉਂ ਕਾ ਸੂਰਜ ਨਿਕਲਿਆ,
ਤਾਰੇ ਛਿਪੇ ਅੰਧੇਰ ਪਲੋਆ। ਮੇਰੇ ਗੁਰੂ ਨਾਨਕ ਸਾਹਿਬ ਪ੍ਰਗਟ ਹੋਏ ਨੇ। ਇੱਕ ਜਨਮ ਹੈ, ਇੱਕ ਮਰਨ ਹੈ। ਤੇ ਇੱਥੇ ਭਾਈ ਸਾਹਿਬ ਕਹਿੰਦੇ ਪ੍ਰਗਟ। ਪ੍ਰਗਟ ਦਾ ਮਤਲਬ ਕਿ ਗੁਪਤ ਤੋਂ ਪ੍ਰਗਟ, ਨਿਰਗੁਣ ਤੋਂ ਸਰਗੁਣ ਪਿਆਰੇ। ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਾ ਸੂਰਜ ਨਿਕਲਿਆ ਤਾਰੇ ਛਿਪੇ ਅੰਧੇਰ ਪਲੋਆ। ਇੱਕ ਤਾਂ ਕਹਿੰਦੇ ਕਿ ਗੁਰੂ ਸਾਹਿਬ ਪ੍ਰਗਟ ਹੋਏ ਨੇ, ਤੇ ਨਾਲ ਫਿਰ ਭਾਈ ਸਾਹਿਬ ਕਹਿੰਦੇ ਨੇ ਕਿ ਧੁੰਦ ਮਿਟ ਗਈ। ਨਾਲ ਕਹਿੰਦੇ ਨੇ ਕਿ ਜਿਵੇਂ ਸੂਰਜ ਚੜ੍ਹਨ ਦੇ ਨਾਲ ਅੰਧੇਰਾ ਦੂਰ ਹੋ ਜਾਂਦਾ ਤੇ ਜਿਹੜੇ ਤਾਰੇ ਨੇ ਛਿਪ ਜਾਂਦੇ, ਭਾਵ ਉਹ ਨਹੀਂ ਨਜ਼ਰ ਆਉਂਦੇ। ਇਹ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਬਚਨ ਸਰਵਣ ਕਰਨੇ ਆ। ਹੁਣੇ ਆਸਾ ਦੀ ਵਾਰ ਵਿੱਚ ਆਪਨੇ ਸਰਵਣ ਕੀਤਾ, ਜੇ ਸੋ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਤ ਨ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰੂ ਤੇ ਬੜੇ ਸਨ ਉਸ ਵੇਲੇ, ਪਰ ਗਿਆਨ ਵੀ ਹੋਣੇ ਫਿਰਦੇ ਸੀ ਪਿਆਰੇ। ਭਾਈ ਸਾਹਿਬ ਕਹਿੰਦੇ ਨੇ ਕਿ ਜਿਵੇਂ ਇੱਕ ਸੂਰਜ ਨਿਕਲਣ ਦੇ ਨਾਲ ਕੀ ਹੁੰਦਾ ਹੈ, ਇੱਕ ਤਾਂ ਤਾਰੇ ਛਿਪ ਜਾਂਦੇ। ਸੂਰਜ ਤਾਰਿਆਂ ਨੂੰ ਕੁਝ ਨਹੀਂ ਕਹਿੰਦਾ। ਇਹਦਾ ਮਤਲਬ ਕੀ ਹੈ, ਤਾਰੇ ਛਿਪ ਗਏ ਤੇ ਹਨੇਰਾ ਦੂਰ ਹੋ ਗਿਆ। ਤਾਰੇ ਅੰਧੇਰਾ ਦੂਰ ਨਹੀਂ ਕਰ ਸਕਦੇ। ਗਿਣਤੀ ਵਿੱਚ ਬਹੁਤ ਨੇ। ਭਾਈ ਸਾਹਿਬ ਧੰਨ ਹਨ, ਥੋੜ੍ਹੇ ਅੱਖਰਾਂ ਵਿੱਚ ਸਾਨੂੰ ਬਹੁਤ ਕੁਝ ਸਮਝਾ ਰਹੇ ਨੇ। ਤਾਰਿਆਂ ਦੀ ਗਿਣਤੀ ਅਨੇਕ ਹੈ ਪਿਆਰਿਓ। ਕਿੰਨੇ ਕੁ ਨੇ? ਅਣਗਿਣਤ ਤਾਰੇ। ਆ ਰਾਤ ਨੂੰ ਕਦੀ ਕਦੀ ਤਾਰੇ ਤੁਹਾਨੂੰ ਸਮਾਂ ਮਿਲੇਗਾ ਦੇਖਣ ਨੂੰ। ਪਹਿਲਾਂ ਤਾਂ ਆਮ ਹੀ ਮਕਾਨਾਂ 'ਤੇ ਪਹਿਲਾਂ ਤਾਰੇ ਹੀ ਤਾਰੇ, ਲਾਈਟਾਂ ਅੱਜ ਕੱਲ੍ਹ ਬਿਜਲੀ ਵਾਲਾ ਕੰਮ ਨਹੀਂ ਸੀ। ਅਤੇ ਹੁਣ ਤਾਂ ਪਿਆਰਿਓ ਆ ਕਦੀ ਸਮਾਂ ਸੀ ਗਰਮੀਆਂ 'ਚ ਮੰਜੇ ਬਾਹਰ ਹੁੰਦੇ, ਬਾਹਰ ਫਿਰਦੇ ਤੁਰਦੇ, ਸਭ ਤਾਰਿਆਂ ਦੇ ਹਿਸਾਬ ਨਾਲ ਲੋਕ ਉੱਠਦੇ ਸਨ। ਹੁਣ ਤਾਂ ਭਾਵੇਂ ਕਿੰਨੀ ਗਰਮੀ ਹੋਵੇ ਅਤੇ ਹੁਣ ਤਾਂ ਅੰਦਰੇ ਹੀ ਪੈਣਾ, ਬਸ ਗੱਲ ਖਤਮ ਹੈ। ਬਾਹਰ ਦੀ ਹਵਾ ਨਹੀਂ ਅਸੀਂ ਲੈਣੀ, ਬਸ ਸਮਾਂ ਹੀ ਇਹੋ ਜਿਹਾ ਆ ਗਿਆ। ਬਿਜਲੀ ਚਲੀ ਜਾਵੇ ਤਾਂ ਵੀ ਭਾਈ ਬਸ। ਉਹਦੇ ਕਈ ਕਾਰਨ ਵੀ ਹਨ, ਅੱਜ ਕੱਲ੍ਹ ਦੇ ਡਰ ਵੀ ਬੜੇ ਹੈ, ਅਤੇ ਵੈਸੇ ਵੀ ਸਾਡੇ ਕੁਝ ਸੁਭਾਅ ਵੀ ਜਿਹੜੇ ਉਹ ਇਸ ਤਰ੍ਹਾਂ ਦੇ ਸਾਧਕ ਬਣ ਗਏ। ਤਾਰੇ ਅਨੇਕ ਨੇ। ਸੂਰਜ ਚੜ੍ਹਦਾ ਉਹ ਤਾਰਿਆਂ ਨੂੰ ਕੁਝ ਨਹੀਂ ਕਹਿੰਦਾ। ਉਹਦਾ ਪ੍ਰਕਾਸ਼, ਉਹਦਾ ਤੇਜ ਇੰਨਾ ਹੁੰਦਾ ਹੈ, ਤਾਰੇ ਦਿਨ 'ਚ ਕਿਤੇ ਖਤਮ ਨਹੀਂ ਹੋ ਗਏ, ਪਰ ਪ੍ਰਕਾਸ਼ ਇੰਨਾ ਸੂਰਜ ਦਾ, ਤੇਜ ਇੰਨਾ ਹੈ ਕਿ ਤਾਰੇ ਸਾਨੂੰ ਦਿਸਣੋਂ ਹਟ ਜਾਂਦੇ ਹੈ। ਉਸ ਵੇਲੇ ਗੁਰੂ ਤੇ ਬਹੁਤ ਸਨ, ਪਰ ਮੇਰੇ ਸਤਿਗੁਰੂ ਦਾ ਪ੍ਰਤਾਪ ਇੰਨਾ ਸੀ, ਅਧੂਰੇ ਜਿਹੜੇ ਸੀ ਨਾ ਬਸ ਛਿਪ ਗਏ ਫਿਰ ਪਿਆਰਿਓ। ਅਤੇ ਜਿਹੜਾ ਅਗਿਆਨ ਰੂਪੀ ਅੰਧੇਰਾ ਸੀ ਉਹ ਵੀ ਦੂਰ ਹੋ ਗਿਆ। ਜਿਹੜਾ ਅੰਦਰ ਦਾ ਅੰਧਕਾਰ ਸੀ ਉਹ ਮੇਰੇ ਗੁਰੂ ਨੇ ਗਿਆਨ ਦਾ ਪ੍ਰਕਾਸ਼ ਕਰਕੇ ਦੂਰ ਕੀਤਾ ਹੈ। ਧੁੰਦ ਦਾ ਜ਼ਿਕਰ ਕੀਤਾ ਹੈ, ਇੱਕ ਹਨੇਰੇ ਦਾ ਜ਼ਿਕਰ ਕੀਤਾ ਹੈ। ਇੱਕ ਆ ਬਾਹਰਲੀ ਧੁੰਦ ਹੁੰਦੀ ਹੈ ਨਾ, ਕਿਉਂਕਿ ਬਾਹਰਲੀ ਮਿਸਾਲ ਸਾਨੂੰ ਮਿਲੇਗੀ, ਫਿਰ ਅੰਦਰਲੀ ਗੱਲ ਹੈ। ਪਹਿਲਾਂ ਬਾਹਰੋਂ ਪਤਾ ਲੱਗੇ, ਫਿਰ ਬਾਹਰਲੇ ਦਰਸ਼ਨ ਕਰਨੇ ਆ, ਬਾਹਰੋਂ ਸੁਣਨੇ ਆ, ਬਾਹਰ ਰਸਨਾ ਨਾਲ ਬੋਲਨੇ ਆ, ਫਿਰ ਗੱਲ ਅੱਗੇ ਜਾ ਕੇ ਅੰਦਰ ਦੀ ਬਣਨੀ ਹੈ ਭਾਈ। ਪਹਿਲੇ ਬਾਹਰੋਂ ਦਰਸ਼ਨ ਕਰਨੇ ਆ, ਬਾਹਰੋਂ ਕੰਨਾਂ ਨਾਲ ਸੁਣਨਾ, ਜੇਬਾਂ ਨਾਲ ਬੋਲਣਾ, ਅਤੇ ਫਿਰ ਇਹ ਸਭ ਕੁਛ ਅੰਦਰ ਹੈ। ਅੰਦਰਲੀਆਂ ਅੱਖਾਂ ਗਿਆਨ ਦੀਆਂ, ਅੰਦਰਲੇ ਸਰਵਣ, ਅੰਦਰਲੀ ਜੇਬਾਂ। ਬਾਹਰਲੀ ਧੁੰਦ, ਫਿਰ ਅੰਦਰ ਦੀ ਸਾਡੀ ਧੁੰਦ। ਬਾਹਰਲਾ ਹਨੇਰਾ, ਅੰਦਰਲਾ ਹਨੇਰਾ। ਬਾਹਰਲਾ ਹਨੇਰਾ ਓਨਾ ਖਤਰਨਾਕ ਨਹੀਂ ਹੁੰਦਾ ਜਿੰਨੀ ਧੁੰਦ ਖਤਰਨਾਕ ਹੁੰਦੀ ਹੈ। ਜਿੰਨੇ ਐਕਸੀਡੈਂਟ ਧੁੰਦ 'ਚ ਹੁੰਦੇ ਉਹਨੇ ਹਨੇਰੇ ਵਿੱਚ ਨਹੀਂ ਹੁੰਦੇ। ਲਾਈਟਾਂ ਨੇ ਕਈ ਜਗ੍ਹਾ ਕੰਮ ਕਰਦੀਆਂ। ਹੁਣ ਇਹਦਾ ਰੰਗ ਆਮ ਚਿੱਟਾ ਹੁੰਦਾ। ਦੇਖੋ ਇਹ ਜਿਹੜਾ ਚਿੱਟਾ ਹਨੇਰਾ ਨਾ, ਇਹ ਕਾਲੇ ਹਨੇਰੇ ਨਾਲੋਂ ਜ਼ਿਆਦਾ ਖਤਰਨਾਕ ਜੇ।
ਭਾਈ ਸਾਹਿਬ ਦਾ ਸਮਝਾਉਣ ਦਾ ਭਾਵ ਕੀ ਹੈ? ਇੱਕ ਤੇ ਉਹ ਸੰਕਾਲਾ ਹਨੇਰਾ, ਭਾਈ ਆ ਠੱਗ ਹੈ, ਆ ਚੋਰ ਹੈ, ਆ ਪਾਪੀ ਹੈ, ਆ ਪੁੰਨੀ ਹੈ, ਜੋ ਵੀ ਹੈਗਾ ਸਾਹਮਣੇ ਦਿਸ ਰਿਹਾ, ਤੇ ਇੱਕ ਬਾਹਰੋਂ ਕੁਝ ਤੇ ਅੰਦਰੋਂ ਕੁਝ, ਬਾਹਰੋਂ ਹੋਰ ਤੇ ਅੰਦਰੋਂ ਕੁਝ। ਚਿੱਟੀ ਧੁੰਦ, ਬਾਹਰੋਂ ਚਿੱਟੇ, ਚਿੱਟੇ ਦਾ ਮਤਲਬ ਬਾਹਰੋਂ ਆਪਣੇ ਨੂੰ ਧਰਮੀ ਖਵਾਉਂਦੇ ਤੇ ਅੰਦਰ ਕਪਟ। ਉਹ ਬੜਾ ਔਖਾ ਹੈ। ਸ਼ਿਕਾਰ ਬਾਜ ਵੀ ਕਰਦਾ ਹੈ ਤੇ ਸ਼ਿਕਾਰ ਬਗਲਾ ਵੀ ਕਰਦਾ ਹੈ। ਬਾਜ ਨੂੰ ਕੋਈ ਮਾੜਾ ਨਹੀਂ ਕਹਿੰਦਾ ਤੇ ਬਗਲੇ ਨੂੰ ਕੋਈ ਚੰਗਾ ਨਹੀਂ ਕਹਿੰਦਾ। ਕਿਉਂ? ਬਾਜ ਜੋ ਕਰਦਾ ਸਾਹਮਣੇ ਕਰਦਾ ਹੈ ਤੇ ਬਗਲਾ ਜੋ ਕਰਦਾ ਧੋਖਾ ਕਰਦਾ ਹੈ। ਚੋਰ ਚੋਰੀ ਕਰਦਾ, ਉਹਨੇ ਆਪਣਾ ਨਾਂ ਚੋਰ ਰਖਾਇਆ। ਠੱਗ ਠੱਗੀਆਂ ਕਰਦਾ, ਉਹਨੇ ਆਪਣਾ ਨਾਂ ਠੱਗ ਰਖਾਇਆ। ਜੂਏਬਾਜ਼ ਜੂਆ ਖੇਡਦਾ, ਨਾਂ ਜੂਆ ਬਾਜ਼ ਰਖਾਇਆ। ਅਮਲੀ ਅਮਲ ਖਾਂਦਾ, ਉਹਨੇ ਨਾਂ ਤਾਂ ਅਮਲੀ ਰਖਾਇਆ ਨਾ ਪਿਆਰਿਓ। ਪਰ ਕੰਮ ਮਾੜੇ ਕਰੇ ਤੇ ਨਾਂ ਸਾਧ ਰਖਾਵੇ, ਧਰਮੀ ਖਵਾਵੇ। ਬੜਾ ਔਖਾ ਹੈ। ਮੈਂ ਆਪ ਸੁਣਿਆ ਤੇ ਤੁਸੀਂ ਵੀ ਸੁਣਦੇ ਹੋਵੋਗੇ, ਜਦੋਂ ਬਾਹਰੋਂ ਕੋਈ ਧਰਮ ਦੇ ਲਿਬਾਸ ਦੇ ਵਿੱਚ ਨਾ ਤਾਂ ਧਰਮੀ ਰਖਾਇਆ ਤੇ ਮਾੜਾ ਕਰਮ ਕਰਦਾ ਨਾ, ਐ ਮੰਨ ਲਓ ਚੋਰੀ ਕਰਦਾ ਤੇ ਚੋਰ ਵੀ ਕਹਿਣਗੇ, ਜਿਹੜੇ ਨਿੱਤ ਚੋਰੀ ਕਰਦੇ ਨੇ, ਇਹਨੇ ਬੜਾ ਮਾੜਾ ਕੰਮ ਕੀਤਾ। ਲੈ ਉਹ ਵੀ ਕਹਿਣਗੇ ਇਹਨੇ ਚੋਰੀ ਕਿਉਂ ਕੀਤੀ ਹੈ? ਕਿਉਂ? ਵੀ ਨਾ ਤੇ ਹੋਰ ਸੀ। ਸ਼ਰਾਬੀ ਕਬਾਬੀ ਵੀ ਕਹਿਣਗੇ, ਜਿਹੜੇ ਨਿੱਤ ਦੇ ਸ਼ਰਾਬੀ ਨੇ, ਜੇ ਉਹ ਮਨੁੱਖ ਜਿਹਨੂੰ ਮੇਰੇ ਸਤਿਗੁਰੂ ਨੇ ਉਹ ਦਾਤ ਬਖਸ਼ੀ ਹੈ ਸਿੱਖੀ ਦੀ, ਤੇ ਜੇ ਸ਼ਰਾਬਾਂ ਕਬਾਬਾਂ ਪੀਵੇ ਤੇ ਪੇਖ ਇਸ ਤਰ੍ਹਾਂ ਦਾ ਉੱਤੋਂ ਚੰਗਾ ਹੋਵੇ, ਤੇ ਸ਼ਰਾਬੀ ਬੰਦੇ ਵੀ ਕਹਿੰਦੇ ਆ ਇਹ ਸ਼ਰਾਬ ਕਿਉਂ ਪੀਂਦਾ? ਦੇਖੋ ਆਪ ਪੀਂਦੇ ਨੇ ਉਹ, ਪਰ ਉਹਨਾਂ ਨੇ ਨਾਂ ਤੇ ਆਪਣਾ ਸ਼ਰਾਬੀ ਰਖਾਇਆ ਨਾ। ਉਹ ਵੀ ਬਾਕੀ ਮਨੁੱਖ ਦੀ ਗੱਲ ਛੱਡੋ, ਬਾਕੀਆਂ ਨੇ ਤਾਂ ਕਹਿਣਾ ਹੀ ਕਹਿਣਾ। ਉਹ ਵੀ ਕਹਿੰਦੇ ਨੇ ਵੀ ਇਹ ਗੱਲ ਮਾੜੀ ਹੋ ਰਹੀ ਹੈ। ਬਾਹਰੋਂ ਲਿਬਾਸ ਇਹ ਹੋਵੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਇੱਕ ਜਗ੍ਹਾ ਬਚਨ ਆਉਂਦਾ, ਤੱਤੀ ਤੋਏ ਨਾ ਪਲਵੈ ਜੇ ਜਲ ਟੁੱਬੀ ਦੇ। ਇਹਦਾ ਭਾਵ ਕੀ ਹੈ? ਆਮ ਤੁਸੀਂ ਦੇਖੋ ਫਸਲ ਹੁੰਦੀ ਹੈ ਨਾ, ਸੋਕਾ ਲੱਗਾ ਹੈ, ਬਾਰਿਸ਼ ਪੈ ਜਾਵੇ ਜਾਂ ਪਾਣੀ ਲਾ ਦਿਓ, ਸੁੱਕੀ ਫਸਲ ਹਰੀ ਹੋ ਜਾਂਦੀ ਹੈ। ਪਰ ਮੇਰੇ ਸਾਹਿਬ ਕਹਿੰਦੇ ਹੈ, ਹੜ੍ਹ ਦੀ ਮਾਰੀ ਖੇਤੀ ਪਾਣੀ ਨਾਲ ਹਰੀ ਨਹੀਂ ਹੁੰਦੀ। ਹੜ੍ਹ ਦੀ ਮਾਰੀ ਹੋਈ ਖੇਤੀ ਉਹ ਨਹੀਂ। ਤੱਤੀ ਤੋਏ ਨਾ ਪਲਵੈ ਜੇ ਜਲ ਟੁੱਬੀ ਤੇ। ਵੱਡੇ ਵੱਡੇ ਪਾਪੀ ਪਿਆਰਿਓ, ਜੀਵਨ ਬਦਲ ਜਾਏਗਾ। ਪਰ ਧਰਮ ਸਥਾਨਾਂ ਤੇ ਵਿਗੜਿਆ ਮਨੁੱਖ, ਉਹਦਾ ਰੱਬ ਰਾਖਾ ਜੇ ਪਿਆਰਿਓ। ਉੱਤੇ ਕਿਸੇ ਚੀਜ਼ ਦਾ ਅਸਰ ਹੀ ਨਹੀਂ ਹੁੰਦਾ, ਉੱਤੇ ਅਸਰ ਨਹੀਂ ਜਾਂਦਾ, ਉਹਦਾ ਤੇ ਹਾਲ ਇਹ ਹੋ ਜਾਂਦਾ। ਉਹਦੀ ਦੂਜੇ ਜਿਹੜੇ ਨੇ ਨਾ, ਉਹਨਾਂ ਉਹ ਬਹੁਤ ਜਲਦੀ ਬਦਲ ਜਾਣਗੇ। ਤੁਸੀਂ ਦੇਖਿਆ, ਦਾਸ ਨੇ ਦੇਖਿਆ, ਜ਼ਿੰਦਗੀ ਵਿੱਚ ਵੱਡੇ ਵੱਡੇ ਡਾਕੂ, ਵੱਡੇ ਵੱਡੇ ਚੋਰ, ਵੱਡੇ ਵੱਡੇ ਅਮਲੀ, ਵੱਡੇ ਵੱਡੇ ਨਸ਼ਈ ਵੀ ਬਦਲਣ ਲੱਗਾ, ਬਹੁਤ ਜਲਦ ਬਦਲੇ। ਕਿਉਂਕਿ ਉਹ ਉਹਨਾਂ ਨੇ ਮੰਨਿਆ ਅਸੀਂ ਮਾੜੇ ਹਾਂ, ਅਤੇ ਜਿੰਨਾ ਮੰਨਿਆ ਨਹੀਂ ਅਸੀਂ ਮਾੜੇ ਹਾਂ, ਉਹ ਕਿਵੇਂ ਸੁਧਰਨਗੇ ਪਿਆਰੇ? ਅਰਦਾਸ ਕਈ ਵਾਰ ਬੇਨਤੀ ਕਰਦਾ ਸਟੇਜਾਂ 'ਤੇ। ਚਮਕੌਰ ਸਾਹਿਬ ਦੇ ਨੇੜੇ ਦੀਵਾਨ ਸੀ, ਰਾਤ ਦਾ ਟਾਈਮ ਸੀ, ਅਸੀਂ ਉਸ ਨਗਰ ਨੂੰ ਜਾ ਰਹੇ ਸੀ। ਉਹ ਲਿੰਕ ਰੋਡ ਸੀ, ਗੱਡੀ ਰੋਕੀ, ਸਿੰਘ ਸਨ ਵੀ ਚਲੋ ਉੱਥੇ ਭੀੜ ਹੁੰਦੀ ਹੈ, ਜਾਂ ਇੱਕ ਬਾਥਰੂਮ ਕਿਸੇ ਦੇ ਘਰ ਜਾਵਾਂਗੇ, ਇੱਥੇ ਆਪਣਾ ਕਿਰਿਆ ਕੁਰਿਆ ਕਰ ਲਓ, ਹੱਸ ਉੱਚੇ ਕਰ ਲਓ, ਅਤੇ ਫਿਰ ਅੱਗੇ ਬੀਬੀਆਂ ਵੀ ਹੁੰਦੀਆਂ, ਭੀੜ ਵੀ ਹੁੰਦੀ ਹੈ, ਉੱਥੇ ਠੀਕ ਨਹੀਂ। 5-10 ਕਿਲੋਮੀਟਰ ਪਿੱਛੇ ਰੋਕ ਲਈਦੀ ਹੈ ਜਦੋਂ ਕਿਸੇ ਸਫ਼ਰ 'ਚ। ਰਾਤ ਗੱਡੀ ਰੁਕੀ ਹੋਈ ਹੈ, ਦੂਸਰੇ ਪਾਸੇ ਇੱਕ ਲਿੰਕ ਰੋਡ ਆ ਰਹੀ ਸੀ, ਅਤੇ ਉਹਦੇ 'ਤੇ ਸਕੂਟਰ 'ਤੇ 2 ਭਾਈ ਬੈਠੇ ਹੈ। 100 ਫੁੱਟ ਪਿੱਛੇ ਗੱਡੀ ਰੋਕ ਲਈ। ਇੱਕ ਕਹਿੰਦਾ ਪੁਲਿਸ, ਦੂਜਾ ਕਹਿੰਦਾ ਪੁਲਿਸ ਨਹੀਂ, ਬਾਬੇ ਨੇ। ਮੈਂ ਕਿਹਾ ਜੀ ਪੁਲਿਸ ਨਹੀਂ, ਅਸੀਂ ਤਾਂ ਇੱਥੇ ਦੀਵਾਨ ਲਾਉਣਾ ਅਤੇ ਤੁਸੀਂ ਲੰਘ ਜਾਓ। ਉੱਥੇ ਚੁੱਪ ਨੇ। ਦੂਜੀ ਵਾਰ ਆਖਿਆ, ਨਹੀਂ ਬੋਲੇ। ਮੈਂ ਤੀਜੀ ਵਾਰ ਆਖਿਆ,
मैं क्या भाई तुसी लंघ जाओ, कोई पुलिस नहीं, असी तो दीवान लाउण आए हाँ। पर उन्होंने जो अगों किया, कहते बाबा जी वेखो साडे भेख नूं देख के वो कहते ने बाबा जी वेखो वाहिगुरू किरपा रखे साडे ते, बाबा जी साडे कोल शराब है ते असी तुहाडे कोलों दी नहीं लंघना। मेरे मन ते बड़ा असर होया। ये बंदे बड़ी छेती सुध सकते हैं जेड़े समझी बैठे असी माड़े हाँ, असी आ शराब लैके गुरु के सेवकों के कोलों दी नहीं लंघना, तो जे गुरु के सेवक बन के शराबां पीनिया भाई उन्होंने तो लख दर्जे वो चंगे ने, वो बड़ी छेती सुधर जाएंगे। वो बहुत जल्दी दूजिया का हाल तो फिर तत्ती तो इन्ना पलवै जे जल टुब्बी ते। मैं बेनती कर रहा सी, बाज नूं कोई माड़ा नहीं कहता ते बगले नूं कोई चंगा नहीं कहता। ये धुंध उन्हां वास्ते शब्द वरत्या जेड़े प्यारे बाहरों अपने नूं धर्मी खवाउंदे ने ते अंदरों कपट। असी सज्जन नूं ठग कहने आ, जद असी इतिहास की गहराई विच जाने आ ते सज्जन ठग नहीं सी प्यारिओ। सज्जन रब नूं मिलण वाला सी, भाव जिग्यासू सी, रब ते शरधा करदा सी। घरों तुरिया कोई रब दा प्यारा मिले, मैनूं सोझी आवे ते बाहरों वेख ते अंदर ठगी, दूजे थां गया, तीजे थां गया, चौथे थां गया, ठगां दा ठग बन गया। क्यों? वो जिहड़े अपने धर्मी खवाउंदे सी वो बाहरों सन, अंदर कुछ होर सी, उहदा निश्चय टुट गया प्यारे। एक मेरे गुरु नानक साहिब समर्थ सतगुरु एक ते उत्थे की चान कीता सी, उजल कहा चिलकना घोट मकालड़ी मस। ओ सज्जणा कांसी दे भांडे वांगू, बाहरों तो बड़ा सोहना लिशकना है, कहंदे भांडे वांगू, कहंदा भांडा रगड़ीए ते अंदरों काल, अंदर तेरी हालत यह है। वो जिहड़ा तुरिया सी ना तो कोई नहीं सी मिलिया, अज पूरा सतगुरु मिलिया ते प्यारे वो सारे ही अवगुण सज्जन ठग ने आप गुरु साहब के अगे रख दिते। वो भाई सज्जन बन गया। दास कई बार सोचता है कि असी कहने सज्जन ठग, असी कहने भूमिया चोर, असी कहने कौडा राखश, पर साडे नालों ते चंगे सी। इक्को वारी गुरु के दर्शन किते, भजन सुनिया, वो ठग भाई सज्जन बन गया। इक्को वारी भूमिया चोर ने गुरु के बचन सुने, दर्शन किते, वो भाई भूमिया बन गया। वो कौडा भील राखश देवता बन गया। असी उस गुरु नानक साहिब के दिन रात बचन सुनने, साडा जीवन क्यों नहीं बदलता? असी उन्हां नूं माड़े कहने आ, पर हो सकदा असी उन्हां नाल भी माड़े होईए। असी तो बड़ी बाणी सुनी है, बड़े बचन सुने ने। भाई साहब भाई डॉक्टर वीर सिंह जी एक जगह लिखते हैं भी ये ना क्यों तुरिया हुंदा, गल समझण वाली है भी वो भाई सज्जन बन गया, भाई भूमिया बन गया। अज भी भूमि चोर की सख, भूमिया चोर सज्जन ठग क्यों कहते हैं? तो भाई साहब भाई डॉक्टर वीर सिंह जी कहते हैं प्यारिओ, जख्म हुंदा है ना तो जख्म छुट जाता है। छुट गया जख्म, गहरा जख्म होया छुट गया, तो भाई साहब कहते दाग नहीं जाता। देखो दाग रहिंदा है, जख्म छुट गया पर दाग है कि इत्थे जख्म सी। वो भाई सज्जन बन गए पर वो दाग भी किसी समय ठग सी, किसी समय चोर सी। ते प्यारे आपां भी विचार करिए। एक बारी सिर्फ अज वो गुरु नानक साहिब गुरु ग्रंथ साहिब रूप दिन रात सानू किरपा करे उपदेश दे रहे हैं। असी गुरु का उपदेश धारण साध संगत जी करिए। मेरे गुरु नानक साहिब जदों संसार ते आए तो वो धुंध, वो जिहड़े पखंड सी, बाहरों कुछ अंदरों कुछ, जिहड़े अपने आप नूं धर्मी खवाउंदे सी पर अधर्म दे काम करदे सी, मेरे साहिब ने उन्हां ते भी किरपा कीती है। जिहड़ा अंधकार सी अज्ञान दा, ज्ञान की बख्शिश करके ते प्यारे मेरे सतगुरु ने उन्हां ते भी किरपा कीती है। सतगुरु ज्ञान का सूरज है, ध्यान देना।
ਗਿਆਨ ਦਾ ਸੂਰਜ ਹੈ ਸਤਿਗੁਰੂ। ਤੇ ਉਹ ਜਿਵੇਂ ਧਰਤੀ ਦਾ ਅੰਧਕਾਰ ਦੂਰ ਹੋ ਜਾਂਦਾ ਹੈ ਤੇ ਮੇਰੇ ਸਤਿਗੁਰੂ ਦੇ ਸੰਸਾਰ 'ਤੇ ਪ੍ਰਗਟ ਹੋਣ ਦੇ ਨਾਲ ਪਿਆਰਿਓ ਇਸ ਸੰਸਾਰ ਦਾ ਅੰਧਕਾਰ ਦੂਰ ਹੋ ਰਿਹਾ ਤੇ ਸਦਾ ਹੁੰਦਾ ਰਹੇਗਾ। ਤੇ ਜਿਹੜਾ ਉਹਦੇ ਬਚਨਾਂ ਨੂੰ ਹਿਰਦੇ ਵਿੱਚ ਵਸਾਏਗਾ ਤੇ ਉਹ ਜਿਹੜਾ ਅੰਦਰੋਂ ਬਾਹਰੋਂ ਹੋਰ ਤੇ ਹੋਰ ਉਹ ਧੁੰਦ ਉਹ ਵੀ ਜਿਹੜੀ ਹੈ ਖਤਮ ਹੋ ਜਾਏਗੀ। ਸਾਡੇ ਅੰਦਰ ਵੀ ਧੁੰਦ ਹੈ, ਸਾਡੇ ਅੰਦਰ ਵੀ ਅੰਧਕਾਰ ਹੈ। ਤੇ ਪਿਆਰਿਓ ਆਪਣੇ ਅੰਦਰ ਸ਼ਬਦ ਨੂੰ ਪ੍ਰਗਟ ਕਰੋ ਪਿਆਰਿਓ, ਸ਼ਬਦ ਨੂੰ ਪ੍ਰਗਟ ਕਰੋ, ਸ਼ਬਦ ਨਾਲ ਜੁੜੋ। ਸ਼ਬਦ ਸਾਰਿਆਂ ਦੇ ਅੰਦਰ ਹੈ, ਕੋਈ ਐਸਾ ਨਹੀਂ ਜਿਹਦੇ ਅੰਦਰ ਸ਼ਬਦ ਨਹੀਂ। ਤੇ ਮੇਰੇ ਸਾਹਿਬ ਕਹਿੰਦੇ ਮਾਇਆ ਧਾਰਿਆ ਤੰਨਾ ਬੋਲਾ ਸ਼ਬਦ ਨਾ ਸੁਣੇ ਬਹੁ ਰੋੜ ਕੁਚੋਲਾ। ਜੇ ਨਹੀਂ ਸਾਨੂੰ ਸ਼ਬਦ ਸੁਣਦਾ ਤੇ ਅਸੀਂ ਆਪ ਖੁਦ ਮਾਇਆ ਧਾਰੀ ਹਾਂ ਸਾਧ ਸੰਗਤ ਜੀ। ਇਸ ਕਰਕੇ ਅਸੀਂ ਕੀ ਕਰਨਾ ਹੈ। ਸੰਤ ਕਲਿਆਣ ਸਿੰਘ ਜੀ ਬੜੇ ਵਿਦਵਾਨ ਸਨ ਤੇ ਇੱਕ ਸਟੇਜ ਤੇ ਕੁਛ ਬੋਲ ਕੇ ਗਏ। ਉਹ ਕਹਿੰਦੇ ਵੀ ਅਸੀਂ ਪੜ੍ਹਨੇ ਆ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ। ਕਿਉਂ? ਉਹ ਕਹਿੰਦੇ ਜਿਹਨੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰ ਲਏ ਉਹ ਫਿਰ ਗਰਭ ਜੂਨਾਂ ਵਿੱਚ ਨਹੀਂ ਆਉਂਦਾ। ਤੇ ਕਹਿੰਦੇ ਭਾਈ ਮੂਲਾ ਰਿਹਾ ਇੰਨਾ ਚਿਰ ਤੇ ਕਿਉਂ ਜੂਨਾਂ 'ਚ ਪੈ ਗਿਆ? ਇਹਦਾ ਭਾਵ ਕੀ ਹੈ ਮੈਂ ਆਪ ਜੀ ਨੂੰ ਬੇਨਤੀ ਕਰਾਂ। ਕਿਉਂਕਿ ਅਸੀਂ ਬਾਣੀ ਪੜ੍ਹਨੇ ਆ ਗੁਰੂ ਨਾਨਕ ਜਿਨ ਸੁਣਿਆ ਵੇਖਿਆ। ਜਿਹਨੇ ਸੁਣਿਆ, ਜਿਹਨੇ ਉਹਦੇ ਦਰਸ਼ਨ ਕੀਤੇ ਨੇ ਤੇ ਫਿਰ ਭਾਈ ਮੂਲਾ ਜੀ ਉਹਨਾਂ 'ਚ ਕਿਉਂ ਪਿਆ? ਭਾਈ ਮੂਲੇ ਨੇ ਨਾ ਸੁਣਿਆ ਤੇ ਨਾ ਦਰਸ਼ਨ ਕੀਤੇ, ਨਾਲ ਜ਼ਰੂਰ ਹੈ। ਗੁਰੂ ਕੌਣ ਹੈ? ਗੁਰੂ ਸਰੀਰ ਨਹੀਂ। ਠੀਕ ਹੈ, ਦਰਸ਼ਨਾਂ ਦਾ ਫਲ ਬਹੁਤ ਵੱਡਾ, ਪਰ ਥੋੜ੍ਹੀ ਹੋਰ ਗਹਿਰਾਈ ਵਿੱਚ ਜਾਈਏ, ਵਿਚਾਰ ਵਿੱਚ ਜਾਈਏ। ਗੁਰੂ ਸ਼ਬਦ ਹੈ ਪਿਆਰਿਓ। ਜੇ ਭਾਈ ਮੂਲਾ ਅੰਦਰੋਂ ਸ਼ਬਦ ਨੂੰ ਸੁਣ ਲੈਂਦਾ, ਜੇ ਭਾਈ ਮੂਲਾ ਪਿਆਰਿਓ ਸ਼ਬਦ ਨਾਲ ਜੁੜ ਜਾਂਦਾ ਤੇ ਕਦੀ ਜੂਨਾਂ ਵਿੱਚ ਨਾ ਪੈਂਦਾ। ਭਾਈ ਮੂਲਾ ਜੂਨਾਂ 'ਚ ਕਿਉਂ ਪਿਆ? ਉਹਨੇ ਨਾ ਸੁਣਿਆ ਤੇ ਨਾ ਦਰਸ਼ਨ ਕੀਤੇ। ਰਿਹਾ ਕੋਲ ਹੈ ਪਰ ਖਾਲੀ ਰਹਿ ਗਿਆ ਪਿਆਰਿਓ, ਬੇਮੁਖ ਹੋ ਗਿਆ। ਗੁਰੂ ਕੌਣ ਹੈ? ਗੁਰੂ ਨਾਨਕ ਸਾਹਿਬ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਤੁਸੀਂ ਇਤਿਹਾਸ ਪੜ੍ਹੋ, ਬਹੁਤ ਐਸੇ ਜਿਨ੍ਹਾਂ ਨੇ ਜੀਵਨ ਬਦਲਿਆ, ਬਹੁਤ ਐਸੇ ਜਿਹੜੇ ਖਾਲੀ ਵੀ ਰਹਿ ਗਏ ਪਿਆਰਿਓ, ਨਹੀਂ ਸਮਝ ਸਕੇ। ਤੇ ਅੱਜ ਸਾਡਾ ਵੀ ਕਿਤੇ ਐਸਾ ਹਾਲ ਸਾਧ ਸੰਗਤ ਜੀ ਨਾ ਹੋਵੇ, ਅਸੀਂ ਖਾਲੀ ਨਾ ਰਹਿ ਜਾਈਏ। ਮੇਰੇ ਸਮਰੱਥ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸੰਸਾਰ 'ਤੇ ਪ੍ਰਗਟ ਹੋਏ ਨੇ। ਉਸ ਵੇਲੇ ਵੀ ਸ਼ਬਦ ਗੁਰੂ ਨਾਲ ਜੋੜਿਆ ਤੇ ਸ਼ਬਦ ਗੁਰੂ ਹੀ ਮੰਨਿਆ ਗਿਆ। ਆਪ ਪਰਮੇਸ਼ਰ ਵਾਹਿਗੁਰੂ ਜੀ ਨੇ ਆਪਣੇ ਆਪ ਨੂੰ ਸਤਿਗੁਰ ਸੂਰਜ ਪ੍ਰਗਟ ਕੀਤਾ ਤੇ ਉਹ ਦਿਹਾੜੇ ਅਸੀਂ ਮਨਾ ਰਹੇ ਹਾਂ। ਗੁਰੂ ਦਾ ਉਪਦੇਸ਼ ਹਿਰਦੇ ਵਿੱਚ ਸਾਧ ਸੰਗਤ ਜੀ ਕਮਾਈਏ। ਜੋ ਗੁਰੂ ਦਾ ਉਪਦੇਸ਼ ਸੁਣ ਕੇ ਮੰਨੀਏ, ਮੰਨ ਕੇ ਨਿਧਿਆਸਨ ਕਰਨਾ ਭਾਵ ਕਮਾਉਣਾ, ਫਿਰ ਪ੍ਰਾਪਤੀ ਹੈ। ਉਹ ਗੁਰੂ ਨਾਨਕ ਸਾਹਿਬ ਆਏ ਨੇ ਗਏ ਨੇ। ਦੁਨੀਆ ਦੇ ਅੰਦਰ ਬੜੇ ਬੜੇ ਆਏ ਚਲੇ ਗਏ, ਧਿਆਨ ਦੇਣਾ। ਗੁਰੂ ਨਾਨਕ ਸਾਹਿਬ ਆਏ ਨੇ ਤੇ ਗੁਰੂ ਨਾਨਕ ਸਾਹਿਬ 10 ਰੂਪ ਧਾਰਨ ਕੀਤੇ ਤੇ ਫਿਰ ਗੁਰੂ ਨਾਨਕ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਕਿਰਪਾ ਕਰਨ ਆਏ ਨੇ। ਅਸੀਂ ਕਹਿੰਦੇ ਹਾਂ ਆਏ ਸੀ, ਆਏ ਸੀ ਨਹੀਂ। ਆਏ ਸੀ ਦਾ ਮਤਲਬ ਹੁੰਦਾ ਹੈ ਵੀ ਜਿਵੇਂ ਹੁਣ ਹੈ ਨਹੀਂ ਉਸ ਵੇਲੇ ਆਏ ਸੀ ਨਾ, ਆਏ ਨੇ ਬਸ। ਗੁਰੂ ਨਾਨਕ ਸਾਹਿਬ ਨੇ ਸੰਗਤ ਪੰਗਤ ਚਲਾਈ ਸੀ ਨਹੀਂ, ਚਲਾਈ ਹੈ, ਚੱਲ ਰਹੀ ਹੈ ਤੇ ਸਦਾ ਚੱਲਦੀ ਰਹੇਗੀ। ਗੁਰੂ ਨਾਨਕ ਸਾਹਿਬ ਨੇ ਪੰਜਾ ਲਾਇਆ ਸੀ ਨਹੀਂ, ਲਾਇਆ ਤੇ ਲੱਗਿਆ ਰਹੇਗਾ। ਗੁਰੂ ਨਾਨਕ ਸਾਹਿਬ ਨੇ ਅਨੇਕ ਤਾਰੇ ਸੀ ਨਹੀਂ, ਤਾਰੇ ਨੇ ਤੇ ਸਦਾ ਹੀ ਤਾਰਦੇ ਰਹਿਣਗੇ ਪਿਆਰਿਓ। ਗੁਰੂ ਨਾਨਕ ਸਾਹਿਬ ਸਦਾ ਹੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਇਸ ਸੰਸਾਰ 'ਤੇ ਕਿਰਪਾ ਕਰਦੇ ਰਹਿਣਗੇ। ਉਸ ਸਤਿਗੁਰ ਦਾ ਪਵਿੱਤਰ ਦਿਹਾੜਾ 550 ਸਾਲਾ ਅੱਜ ਇਸ ਰਤਵਾੜਾ ਸਾਹਿਬ ਵਿਖੇ ਸਾਧ ਸੰਗਤ ਜੀ ਮਨਾਇਆ ਜਾ ਰਿਹਾ। ਆਪ ਜੀ ਬਹੁਤ ਦੂਰ ਦੂਰ ਤੋਂ ਚੱਲ ਕੇ ਆਏ ਹੋ, ਤੁਹਾਡੇ ਅੰਦਰ ਪਿਆਰ ਹੈ, ਸਭ ਸੇਵਾ ਵਿੱਚ ਲੱਗੇ ਹੋਏ ਹੈ। ਜਿੰਨਾ ਅੱਜ ਦਾ ਸਮਾਂ ਬਾਕੀ ਹੈ ਉਹ ਸਾਰੇ ਸਾਧ ਸੰਗਤ ਜੀ ਜਿਹੜੇ ਡਿਊਟੀਆਂ ਵਾਲੇ ਨੇ ਉਹਨਾਂ ਨੇ ਉੱਥੇ ਵੀ ਸਾਊਂਡ ਚੱਲ ਰਿਹਾ ਹੈ,
ਤੇ ਬਾਕੀਆਂ ਨੇ ਇੱਥੇ ਗੁਰੂ ਦਰਬਾਰ ਦੇ ਵਿੱਚ ਲਾਹਾ ਸਾਧ ਜੀ ਪ੍ਰਾਪਤ ਕਰਨਾ ਹੈ। ਮੇਰੇ ਸਤਿਗੁਰ ਸੱਚੇ ਪਾਤਸ਼ਾਹ ਰਹਿਮਤਾਂ ਕਰਨ। ਅਨੇਕ ਭੁੱਲਾਂ ਹੋ ਗਈਆਂ ਹੋਣਗੀਆਂ, ਆਪ ਜੀ ਨੇ ਖਿਮਾ ਕਰਨਾ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕੋਟ ਕੋਟ ਵਾਰ ਨਮਸਕਾਰ ਹੈ। ਗੁਰੂ ਨਾਨਕ ਸਾਹਿਬ ਆਪ ਨਰੈਣ ਕਰਾ ਤਾਰ ਜਗ ਮੇਂ ਪਰਵਰਿਓ। ਇਹ ਭਰੋਸਾ ਸਾਨੂੰ ਚਾਹੀਦਾ ਹੈ। ਜਿਵੇਂ ਪਿਛਲੇ ਦੀਵਾਨਾਂ ਵਿੱਚ ਦਾਸ ਨੇ ਬੇਨਤੀ ਕੀਤੀ ਹੈ ਕਿ ਭਾਈ ਗੁਰੂ 'ਤੇ ਭਰੋਸਾ, ਗੁਰੂ ਸਤਿਗੁਰੂ ਗੁਰ ਪਰਮੇਸ਼ਰ ਏਕੋ ਜਾਣ, ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਈ। ਇਹ ਭਰੋਸਾ ਸਾਡੇ ਅੰਦਰ ਚਾਹੀਦਾ। ਵਾਹਿਗੁਰੂ ਦਾ ਸਰਗੁਣ ਸਰੂਪ ਸਤਿਗੁਰੂ ਹੈ ਅਤੇ ਸਤਿਗੁਰੂ ਦਾ ਨਿਰਗੁਣ ਸਰੂਪ ਸਾਧ ਸੰਗਤ ਜੀ ਉਹ ਵਾਹਿਗੁਰੂ ਹੈ। ਇਹ ਭਰੋਸਾ ਅਸੀਂ ਆਪਣੇ ਅੰਦਰ ਸਾਧ ਸੰਗਤ ਜੀ ਲਿਆਈਏ। ਜਾ ਕੇ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਹਰਿ ਪ੍ਰਭ ਚੀਤ। ਜਾ ਕੇ ਮਨ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਭਰੋਸਾ ਪ੍ਰੀਤ ਤੇ ਪ੍ਰਤੀਤ ਸਾਡੇ ਅੰਦਰ ਹੋਵੇ। ਉਹ ਆਪ ਵਾਹਿਗੁਰੂ ਸਤਿਗੁਰ ਦੇ ਸਰੂਪ ਵਿੱਚ ਸਾਡੇ 'ਤੇ ਕਿਰਪਾ ਕਰ ਰਹੇ ਨੇ। ਮਹਾਂਪੁਰਸ਼ ਕਿਆ ਕਰਦੇ ਭਾਈ, 4 ਕਿਸਮ ਦਾ ਭਰੋਸਾ ਹੈ। ਪਹਿਲਾ ਹੈ ਕਿ ਮੇਰਾ ਗੁਰੂ ਬੜਾ ਵੱਡਾ ਸੰਤ ਹੈ, ਕੱਚਾ ਭਰੋਸਾ ਹੈ। ਦੂਸਰਾ, ਮੇਰਾ ਗੁਰੂ ਸਾਰਿਆਂ ਸੰਤਾਂ 'ਚ ਵੱਡਾ ਸੰਤ ਹੈ, ਇਹ ਵੀ ਕੱਚਾ ਹੈ। ਤੀਸਰਾ, ਮੇਰਾ ਗੁਰੂ ਰੱਬ ਵਰਗਾ ਹੈ, ਇੱਕ ਗੁਰੂ ਹੈ ਇੱਕ ਰੱਬ ਹੈ, 2 ਸਮਲੇ ਨਹੀਂ। ਸਭ ਤੋਂ ਸ੍ਰੇਸ਼ਟ ਭਰੋਸਾ ਹੈ ਕਿ ਆਪ ਹੀ ਵਾਹਿਗੁਰੂ ਜੀ ਸਤਿਗੁਰ ਸਰੂਪ 'ਤੇ ਸਾਡੇ 'ਤੇ ਕਿਰਪਾ ਕਰ ਰਹੇ ਹਨ। ਹਰ ਥਾਂ ਹਨ ਸਾਡੇ ਨਾਲ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਬਿਦ ਲੋਕ ਸੁਣਿਓ, ਕਹਿੰਦੇ ਲੋਕ ਸੁਣਿਓ ਪਰਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ। ਸਾਧ ਸੰਗਤ ਜਿੰਨੇ ਵੀ ਦੇਸ਼ ਵਿਦੇਸ਼ਾਂ ਤੋਂ ਚੱਲ ਕੇ ਆਏ ਹਨ, ਦਾਸ ਸਭ ਨੂੰ ਸੀਸ ਝੁਕਾਉਂਦਾ। 5 ਦਿਨ ਦਾ ਪ੍ਰੋਗਰਾਮ ਹੈ। ਅੱਜ ਦੀ ਸੰਪੂਰਨਤਾ ਸ਼ਾਮ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੇ ਅਰਦਾਸ ਅਤੇ ਪਿਆਰੇ ਹੁਕਮਨਾਮੇ ਸਾਹਿਬ ਦੇ ਜਦੋਂ ਸਰਵਣ ਕਰਾਂਗੇ, ਫਿਰ ਇਹ ਸੰਪੂਰਨਤਾ ਜਿਹੜੀ ਹੈ ਸਾਧ ਦੀ ਹੋਣੀ ਹੈ। ਮੈਂ ਸ਼ੁਰੂ ਵਿੱਚ ਵੀ ਬੇਨਤੀ ਕੀਤੀ ਸੀ ਕਿ ਪਿਆਰੇ ਮਹਾਂਪੁਰਸ਼ਾਂ ਦੇ ਅੰਦਰ ਹਰ ਵੇਲੇ ਜਿਹੜਾ ਸੀ ਨਾ, ਇਹ ਵੀ ਗੁਰੂ ਨਾਲ ਜੁੜ ਜਾਓ, ਨਾਮ ਨਾਲ ਜੁੜ ਜਾਓ, ਬਾਣੀ ਨਾਲ ਜੁੜ ਜਾਓ। ਬਸ ਪਿਆਰੇ, ਕਿਸੇ ਦੇ ਨਾਲ ਉਹਨਾਂ ਨਫ਼ਰਤ ਨਹੀਂ ਕੀਤੀ ਜੀ ਉਹਨੇ, ਕਿਸੇ ਨਾਲ ਕੋਈ ਰਾਗ ਦਵੈਸ਼ ਨਹੀਂ। ਕਿਸੇ ਵੀ ਮਤ ਦਾ ਆਇਆ, ਸਭ ਨਾਲ ਪਿਆਰ ਕੀਤਾ ਉਹਨਾਂ ਨੇ। ਪਿਆਰਿਓ, ਅਤੇ ਐਸਾ ਪਿਆਰ ਸੀ, ਕਦੀ ਕਿਸੇ ਨੂੰ ਇਹ ਨਹੀਂ ਕਹਿਣਾ ਤੂੰ ਆਹ ਕੱਪੜੇ ਕਿਉਂ ਪਾਏ, ਆਹ ਕਿਉਂ ਪਾਏ, ਆਹ ਕਿਉਂ ਕੀਤਾ। ਕਹਿਣਾ ਜੀਵਨ ਬਣਾਓ ਪਿਆਰਿਓ। ਇਹਦਾ ਮਤਲਬ ਮੇਰਾ ਇਹ ਨਹੀਂ ਕਿ ਉਹ ਇਹ ਨਹੀਂ ਸੀ ਕਹਿੰਦੇ ਕਿ ਅੰਮ੍ਰਿਤ ਨਾ ਛਕੋ ਵੀ ਜਿਵੇਂ ਮਰਜ਼ੀ ਨਾ, ਬਿਲਕੁਲ ਨਹੀਂ। ਸਾਰਾ ਜੀਵਨ ਘੱਟੇ ਵੱਧ ਅੰਮ੍ਰਿਤ ਛਕਾਇਆ, ਪਰ ਉਹਨਾਂ ਦਾ ਸੀ ਕਿ ਜੀਵਨ ਉੱਚਾ ਸੁੱਚਾ ਤੁਹਾਡਾ ਹੋਣਾ ਚਾਹੀਦਾ। ਤੁਸੀਂ ਗੁਰੂ ਦੇ ਸੇਵਕ ਬਣੋ, ਤੁਹਾਡਾ ਦਿਖਾਵਾ ਨਾ ਹੋਵੇ। ਬਸ ਇਹ ਸੀਗਾ ਤੁਹਾਡਾ ਜੀਵਨ ਇੱਕ ਐਸਾ ਹੋਣਾ ਚਾਹੀਦਾ। ਸਭ ਦੇ ਨਾਲ ਪਿਆਰ ਕਰੋ, ਆਪ ਜਪੋ, ਦੂਸਰਿਆਂ ਨੂੰ ਜਪਾਓ। ਹੋਈਆਂ ਬਿੰਦ ਭੁੱਲਾਂ ਦੀ ਖਿਮਾ ਕਰਨੀ, ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।